ਹਾਂਜੀ ਕੁਝ ਆਪਾਂ ਕਰ ਰਹੇ ਸੀਗੇ ਕੱਲ ਜਿਹੜਾ ਲਾਸਟ ਕਿ ਜੇਕਰ ਮੇਰੇ ਕੋਲ ਐਸਾ ਜब ਆਪਾਂ ਗ੍ਰਾਫ ਪਲਾਟ ਕਰਦੇ ਹਾਂ ਪੋਜੀਸ਼ਨ ਵਰਸਸ ਟਾਈਮ ਦਾ ਗ੍ਰਾਫ ਜਾਂ ਵੈਲੋਸਿਟੀ ਵਰਸਸ ਟਾਈਮ ਗ੍ਰਾਫ ਜਿਹੜੇ ਪਲਾਟ ਕਰੀਏ ਬੇਟਾ ਉਹ ਚ ਸਟੇਸ਼ਨਰੀ ਆਬਜੈਕਟ ਹੋਵੇ यूनिफॉर्म मोशन च होवे है ना ते उन्हां दे ग्राफ किस टाइप दे सीगे ਉਹ ਚ ਪੁੱਤ ਲਾਸਟ ਗ੍ਰਾਫ ਨਾਲ ਗੱਲ ਦੁਬਾਰਾ ਕੰਟੀਨਿਊ ਕਰ ਰਿਹਾ ਕਿ ਜੇ ਪੋਜੀਸ਼ਨ ਟਾਈਮ ਗ੍ਰਾਫ ਪਲਾਟ ਕਰੀਏ जे पोजीशन टाइम ग्राफ प्लॉट करिए और इस ग्राफ को आप यूनिफॉर्म मोशन वास्ते प्लॉट करिए ਅਸੀਂ कैसे यूनिफॉर्म मोशन ਦੀ कैरेक्टरिस्टिक होएगी बॉडी कवर इक्वल डिस्टेंस इन इक्वल इंटरवल ऑफ टाइम यानी स्पीड ऑफ द बॉडी दैट ऑलवेज रिमेन कांस्टेंट और जे टाइम दे इंक्रीज करन ना मेरी पोजीशन जेडी ओरिजिन तो अवे मूव करदी जावे मैं अपने घर को अपना ओरिजिन गिना इथों मैं 10 सेकंड बाद किते होर 20 सेकंड बाद होर दूर हो गया 30 सेकंड बाद होर दूर हो गया ते ਇਹਦਾ मतलब है ग्राफ जेड़ा होएगा कुछ इस वे का बनेगा बेटा यस ਅਸੀਂ ਕਿਹਾ ਸੀ ਜੇ ਇਸ ਗ੍ਰਾਫ ਦੀ ਸਲੋਪ ਕੈਲਕੂਲੇਟ ਕਰੀਏ ਜੇ ਅਸੀਂ ਇਸ ਗ੍ਰਾਫ ਦੀ ਸਲੋਪ ਕੈਲਕੂਲੇਟ ਕਰੀਏ ਤੇ ਇਸ ਗ੍ਰਾਫ ਦੀ ਸਲੋਪ ਤੋਂ ਬਿਲਕੁਲ ਐਸ ਸੱਚ ਵੈਲੋਸਿਟੀ ਕੈਲਕੂਲੇਟ ਹੁੰਦੀ ਆ ਆਪਾਂ ਸਲੋਪ ਕਿਹਾ ਸੀਗਾ tan थीटा ਦੀ ਵੈਲਿਊ ਆਈ ਸੀ x2 x1 ਓਵਰ t2 t1 ठीक है इधर भी ਆਪਾਂ ਕਿੰਨਾ ਕਿਹਾ ਸੀਗਾ एंगल ਜਿਹੜਾ ਬਣਿਆ ਉਹ थीटा ਆ ਜਾਏਗਾ ਬੱਚੇ यानी ग्राफ मेरा टाइम एक्सिस ਦੇ ਨਾਲ थीटा एंगल ਤੇ ਇਨਕਲਾਈਨਡ ਆ ठीक है ਤੇ ਇਸ ਵੇਲੇ ਉਹਦੀਆਂ ਪਾਰਟੀਕਲ ਦੀ ਪੋਜੀਸ਼ਨਸ ਜਿਹੜੀਆਂ ਨੇ ਉਹ ਅਸੀਂ ਦੋ ਸ਼ੋ ਕੀਤੀਆਂ ਸੀ x1 ਤੇ x2 ਤੇ ਪੁੱਤ ਆ ਮੇਰੇ ਕੋਲ ਐਸ ਸੱਚ ਗ੍ਰਾਫ ਦੀ ਸਲੋਪ ਆਈ ਜਿਹਦੇ ਤੋਂ ਅਸੀਂ ਕਿਹਾ ਸੀ ਵੈਲੋਸਿਟੀ ਨਿਕਲੀ ਦੂਜਾ ਵਰਡ ਹੁਣ ਅੱਗਿਓਂ ਐਡ ਕਰਨ ਲੱਗਿਆ ਇਹਦੇ ਵਿੱਚ ਜੇ ਐਸ ਸੱਚ ਲਈਏ ਤੇ x2 ਦੀ ਵੈਲਿਊ ਗ੍ਰੇਟਰ ਦੈਨ x1 यानी इनिशियल पोजीशन ਜਿਹੜੀ t1 सेकंड ਤੇ ਆਈ ਆ ਤੇ ਫਾਈਨਲ ਪੋਜੀਸ਼ਨ ਜਿਹੜੀ t2 ਸੈਕਿੰਡ ਤੇ ਆਈ ਹੈ ਟਾਈਮ ਹਮੇਸ਼ਾ ਇਨਕਰੀਜ਼ਿੰਗ ਫੰਕਸ਼ਨ ਆ ਤੇ ਇਧਰੋਂ ਪੋਜੀਸ਼ਨ ਜਿਹੜੀ ਆ t1 ਤੋਂ ਬਾਅਦ ਜਦੋਂ ਮੇਰੇ ਕੋਲ ਪੋਜੀਸ਼ਨ t2 ਸੈਕਿੰਡ ਤੇ x2 ਆਈ ਆ ਹਨਾ ਤੇ x2 ਦੀ ਵੈਲਿਊ x2 ਦੀ ਲੈਂਥ x1 ਨਾਲੋਂ ਗ੍ਰੇਟਰ ਆ ਇਹਦਾ ਮਤਲਬ ਜੇ x2 ਗ੍ਰੇਟਰ ਦੈਨ x1 ਹੋਏਗਾ ਤੇ देयरफॉर x2 x1 ਦੀ ਵੈਲਿਊ ਪੋਜ਼ਿਟਿਵ ਆਏਗੀ यस सर Yes, sir. therefore इस केस ਦੇ ਅੰਦਰ ਜਿਹੜੀ velocity ਹੋਏਗੀ ਉਹ ਅਸੀਂ ਕਹਿੰਦੇ ਜੀ ਪੋਜ਼ਿਟਿਵ ਵੈਲਿਊ ਡਿਫਾਈਨ ਕਰ ਲਈ ਠੀਕ ਹੈ ਤੇ ਜਦੋਂ ਮੇਰੀ velocity ਇਸ ਵੇਲੇ ਪੋਜ਼ਿਟਿਵ ਵੈਲਿਊ ਡਿਫਾਈਨ ਕਰੇਗੀ ਇਟ ਮੀਨਸ ਆਬਜੈਕਟ ਇਜ਼ ਮੂਵਿੰਗ ਅਵੇ ਫਰਮ ਦਾ origin ਤੇ ਜੇ ਆਪਾਂ ਇਹਦਾ ਰਿਵਰਸ ਲੈ ਕੇ ਚੱਲੀਏ ਉਹ ਕਹਿੰਦਾ ਜੀ ਡਰਾ ਦਾ ਪੋਜੀਸ਼ਨ ਟਾਈਮ ਗ੍ਰਾਫ ਫॉर ਨੈਗੇਟਿਵ velocity ਤੇ ਪੁੱਤ ਨੈਗੇਟਿਵ velocity ਦਾ ਇੱਥੇ ਮਤਲਬ ਕੀ ਹੈ ਨੈਗੇਟਿਵ velocity ਦਾ ਮਤਲਬ ਇਹ ਹੋਏਗਾ ਟਾਈਮ ਦੇ ਇਨਕਰੀਜ਼ ਕਰਨ ਨਾਲ ਤੁਹਾਡੀ ਪੋਜੀਸ਼ਨ ਟੁਵਰਡਸ ਦਾ origin ਜਿਹੜੀ ਹੋਏਗੀ ਉਹ ਡਿਕਰੀਜ਼ ਕਰੇ ਯਾਨੀ ਸ਼ੁਰੂ ਚ ਮੈਂ ਇਹ ਮੰਨ ਲਾਂ ਮੈਂ ਆਪਣੇ ਘਰ ਤੋਂ 100 ਮੀਟਰ ਦੂਰ ਖੜਾ ਹਾਂ ਯਾਨੀ ਆ 0 ਸੈਕਿੰਡ ਤੇ ਮੈਂ ਆਪਣੇ ਘਰ ਤੋਂ 100 ਮੀਟਰ ਦੂਰ ਖੜਾ ਹਾਂ ਯਾਨੀ ਆ ਮੇਰੀ ਸਟਾਰਟਿੰਗ ਪੋਜੀਸ਼ਨ ਆ ਇਹ ਮੇਰਾ x1 ਇਨੀਸ਼ੀਅਲ ਪੋਜੀਸ਼ਨ ਹੋ ਗਈ ਠੀਕ ਹੈ ਇਸ ਤੋਂ ਬਾਅਦ टाइम इंक्रीज करता जाए 10 सेकंड बाद 20 सेकंड बाद 30 सेकंड बाद 10 सेकंड बाद मैं ये बोला मैं अपने घर वाल तुरिया आ रहा ते ਇਹਦਾ मतलब मैं 100 ਤੋਂ 80 मीटर ਤੇ ਰਹਿ ਗਿਆ फिर 70 ਤੇ ਰਹਿ ਗਿਆ फिर 40 ਤੇ ਰਹਿ ਗਿਆ फिर 20 ਤੇ ਰਹਿ ਗਿਆ फिर फाइनली घर पहुंच गया ਇਹਦਾ मतलब टाइम इंक्रीज हो रहा बट पोजीशन टुवर्ड्स द होम यानी गैप बिटवीन होम एंड कहना जी ओरिजिन है ना दैट विल गोइंग ऑन डिक्रीज ਇਹਦਾ ਮਤਲਬ ਉਸ ਮੂਵਮੈਂਟ ਤੇ ਜਿੱਦਾਂ ਜਿੱਦਾਂ ਟਾਈਮ ਇਨਕਰੀਜ਼ ਕਰਦਾ ਜਾਏਗਾ ਤੇ ਆ ਪੋਜੀਸ਼ਨ ਜਿਹੜੀ ਹੋਏਗੀ ਇਹ ਮੇਰੀ ਡਿਕਰੀਜ਼ ਕਰਦੀ ਜਾਏਗੀ ਤੇ ਇਹਦਾ ਗ੍ਰਾਫ ਜਿਹੜਾ ਹੋਏਗਾ ਉਹ ਮੇਰੇ ਕੋਲ ਕੁਝ ਇਸ ਵੇ ਨਾਲ ਬਣ ਜਾਏਗਾ Yes, sir. यस सर ਤੇ ਇਸ ਗ੍ਰਾਫ ਦੇ ਉੱਤੇ ਜੇ ਆਪਾਂ ਕੋਈ ਦੋ ਪੁਆਇੰਟ ਮਾਰਕ ਕਰਕੇ A ਤੇ B ਠੀਕ ਹੈ ਇਹਦੇ ਕੋਰਸਪੋਂਡਿੰਗ ਆਪਾਂ ਗੱਲ ਕਰੀਏ ਇੱਥੇ ਜਿਹੜੀ ਪਾਰਟੀਕਲ ਦੀ ਪੋਜੀਸ਼ਨ ਹੈ ਇਹਨੂੰ x1 ਲਿਖ ਦਈਏ ਠੀਕ ਹੈ और ये पोजीशन मेरी आई t1 सेकंड पे इस तो बाद मान लो आ मेरे को कोई पोजीशन आ गई b वाली इथे मेरी पोजीशन होगी x2 इधरों मेरा टाइम हो गया t2 ते पुत्र जे मैं इथे ग्राफ की फिर स्लोप कढा ते स्लोप हमेशा tan थीटा नाल ही निकलनी है ठीक है स्लोप tan थीटा नाल ही निकलेगी इधर इथे जेडी स्लोप tan थीटा ना आई
ਉਹਦਾ ਵੀ ਫਾਰਮੂਲਾ ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ ਓਵਰ ਟਾਈਮ ਇੰਟਰਵਲ। ਪਰ ਇੱਥੇ ਇੱਕ ਫਰਕ ਇਹ ਹੈਗਾ ਕਿ ਤੇ x2 ਦੀ ਵੈਲਿਊ x1 ਨਾਲੋਂ ਸਮਾਲਰ ਆ, ਤੇ ਜੇ x2 ਦੀ ਵੈਲਿਊ x1 ਤੋਂ ਸਮਾਲਰ ਆ ਤੇ therefore x2 x1 ਦੀ ਵੈਲਿਊ ਨੈਗੇਟਿਵ ਚ ਬਣੇਗੀ। Yes, sir. Yes, sir. ਜੇ ਇਹ ਵੈਲਿਊ ਮੇਰੀ ਨੈਗੇਟਿव, टाइम ਤਾਂ ਨੈਗੇਟਿव ਹੋਣਾ ਨਹੀਂ, टाइम ਤਾਂ ਹਮੇਸ਼ਾ ਹੀ ਪੋਜ਼ਿਟਿਵ ਰਹੇਗਾ। ਇਵਨ ਨੀਚੇ ਵਾਲਾ ਡਿਨੋਮੀਨੇਟਰ ਪੋਜ਼ਿਟਿਵ ਆ ਬਟ ਨਿਊਮੀਨੇਟਰ ਹੁਣ ਨੈਗੇਟਿਵ ਆ ਗਿਆ, ਤੇ ਸਲੋਪ ਜਿਹੜੀ ਆਂਦੀ ਆ ਉਹ ਸੀ ਕਿ ਤੁਸੀਂ ਵੈਲੋਸਿਟੀ ਡਿਫਾਈਨ ਕਰ ਦਿੰਦੇ ਹੋ। ਇਹਦਾ ਮਤਲਬ ਜਿਹੜੀ ਹੁਣ ਫਿਰ ਮੇਰੇ ਕੋਲ ਇੱਥੇ ਵੈਲੋਸਿਟੀ ਨਿਕਲੀ ਆ ਉਹ ਨੈਗੇਟਿਵ ਵੈਲੋਸਿਟੀ ਨੂੰ ਸ਼ੋ ਕਰੂਗੀ। Yes, sir. therefore Yes. ਇਸ ਦੇ ਅੰਦਰ ਮੇਰੀ ਜਿਹੜੀ ਵੈਲੋਸਿਟੀ ਹੋਏਗੀ, ਠੀਕ ਹੈ, that velocity should be negative। ਇਹਦਾ ਜੇ ਮੈਂ ਪੋਜੀਸ਼ਨ ਟਾਈਮ ਗ੍ਰਾਫ ਪਲਾਟ ਕਰਨਾ ਨੈਗੇਟਿਵ ਵੈਲੋਸਿਟੀ ਵਾਸਤੇ ਤੇ ਮੇਰੇ ਕੋਲ ਗ੍ਰਾਫ ਇਸ ਦੇ ਨਾਲ ਬਣੇਗਾ। ਹਾਂ, ਪਰ ਇੱਕ ਗੱਲ ਹੋਰ ਆ, ਇਹ ਦੋਨਾਂ ਗ੍ਰਾਫ ਦੇ ਅੰਦਰ ਵੈਲੋਸਿਟੀ ਪੋਜ਼ਿਟਿਵ ਜਾਂ ਨੈਗੇਟਿਵ ਕੁਝ ਵੀ ਆ, ਪਰ ਵੈਲੋਸਿਟੀ ਦੀ ਵੈਲਿਊ ਕਾਂਸਟੈਂਟ, ਕਿਉਂਕਿ ਦੋਨੋਂ ਗ੍ਰਾਫ ਯੂਨੀਫਾਰਮ ਮੋਸ਼ਨ ਦੇ ਆ, ਤੇ ਯੂਨੀਫਾਰਮ ਮੋਸ਼ਨ ਦੇ ਅੰਦਰ ਅਸੀਂ ਵਰਡ ਯੂਜ਼ ਕਰਦੇ ਆ ਕਿ ਹਮੇਸ਼ਾ ਆਬਜੈਕਟ ਦੀ ਵੈਲੋਸਿਟੀ ਜਿਹੜੀ ਕਾਂਸਟੈਂਟ ਆ। ਹੁਣ ਇਹਨਾਂ ਦੋਨਾਂ ਗ੍ਰਾਫ ਦੇ ਕੋਰਸਪੋਂਡਿੰਗ ਆਪਾਂ ਜੇ ਵੈਲੋਸਿਟੀ ਵਰਸਸ ਟਾਈਮ ਦੇ ਗ੍ਰਾਫ ਬਣਾਉਣੇ ਹੁੰਦੇ, ਠੀਕ ਹੈ, ਇਹਦੇ ਕੋਰਸਪੋਂਡਿੰਗ ਜੇ ਮੈਂ ਵੈਲੋਸਿਟੀ ਵਰਸਸ ਟਾਈਮ ਦਾ ਗ੍ਰਾਫ ਪਲਾਟ ਕਰਾਂ, ਠੀਕ ਹੈ, ਆ ਗ੍ਰਾਫ ਮੇਰੇ ਕੋਲ ਪੋਜ਼ਿਟਿਵ ਵੈਲੋਸਿਟੀ ਬਟ ਕਾਂਸਟੈਂਟ ਵੈਲੋਸਿਟੀ, ਯਾਨੀ ਇਹਦਾ ਗ੍ਰਾਫ ਕੁਝ ਮੇਰੇ ਕੋਲ ਇਸ ਵੇ ਨਾਲ ਆਏਗਾ। ਠੀਕ ਹੈ, ਵੈਲੋਸਿਟੀ ਦੀ ਵੈਲਿਊ ਟਾਈਮ ਨਾਲ ਕਾਂਸਟੈਂਟ ਰਹੇਗੀ ਬਟ ਪੋਜ਼ਿਟਿਵ ਚ ਰਹੇਗੀ। ਜੇ ਮੈਂ ਆ ਗ੍ਰਾਫ ਦੀ ਗੱਲ ਕਰਾਂ ਤੇ ਇਸ ਗ੍ਰਾਫ ਦੇ ਅੰਦਰ ਮੇਰੇ ਕੋਲ ਜਿਹੜੀ ਐਸਐਚ ਗ੍ਰਾਫ ਦੀ ਕਰਵ ਆਏਗੀ, ਹਨਾ, ਇਹਦਾ ਗ੍ਰਾਫ ਮੇਰੇ ਕੋਲ ਆ ਲੋਅਰ ਹਾਫ ਚ ਆਏਗਾ, ਯਾਨੀ ਮੇਰੀ ਵੈਲੋਸਿਟੀ ਦੀ ਵੈਲਿਊ 네ਗੇਟਿਵ ਸ਼ੋ ਹੋਏਗੀ ਬਟ ਕਾਂਸਟੈਂਟ ਹੋਏਗੀ। क्या आप दोनों दे दोनों ग्राफ क्लियर है सर निचला ग्राफ नहीं क्लियर। ग्राफ के अंदर मेरी ਜਿਹੜੀ वेलोसिटी ਦੀ ਵੈਲਿਊ ਆ ਉਹ ਕੀ ਬਣੀ ਰਹਿਣੀ, 네ਗੇਟਿਵ ਚ ਰਹੇਗੀ ਨਾ। यस सर। ਇੱਥੇ ਘਟਾ ਆਪ ਇਹ ਦੋ ਸੈਕਿੰਡ ਆਪਣੇ नहीं दूसरी स्पीड वाली ਜਿਹੜੀ घड़ी वाली रोड वाली हो जाएगी। सर आपकी आवाज नहीं आ रही ठीक से, आपकी आवाज में प्रॉब्लम आ रही है, बफर कर रही है आपकी आवाज। अच्छा ਹੁਣ ਆਵਾਜ਼ ਸਹੀ ਹੈ ਮੇਰੀ ਆ ਰਹੀ? ਤੁਹਾਡੀ ਆਵਾਜ਼ ਪਹਿਲਾਂ ਵੀ Yes, sir. यस ਤੇਰੇ ਮਾਈਕ 'ਚ ਪ੍ਰੋਬਲਮ ਆ, ਤੇਰੇ ਵੱਲੋਂ ਆਵਾਜ਼ਾਂ ਬਹੁਤ ਜ਼ਿਆਦਾ ਵਾ ਅਨੁਪਮ। ओके सर थर्ड वाला कराना है एक बार। ਕਿਹੜਾ ਬੱਚੇ ਬੋਲ ਦੁਬਾਰਾ। सर जो सब आपने सबसे ऊपर राइट साइड पर कराया है, यस सर ये वाला। यस सर। ਠੀਕ ਆ ਨਾ, ਆਪਾਂ ਇੰਨੀ ਗੱਲ ਕਹੀ ਕਿ ਜੇ ਮੈਂ ਇਸ ਗ੍ਰਾਫ ਦੇ ਹਿਸਾਬ ਨਾਲ ਕਹਾਂ ਕਿ ਵੀ ਮੇਰੇ ਆਬਜੈਕਟ ਦੀ ਵੈਲੋਸਿਟੀ ਕਾਂਸਟੈਂਟ ਆ, ਮਤਲਬ ਕੀ ਹੋਇਆ, ਜੇ ਤੁਸੀਂ ਕਹੋ ਜੀ ਇੱਕ ਕਾਰ ਟਰੈਵਲ ਕਰਦੀ ਪਈ, ਇੱਕ ਕਾਰ ਰੋਡ ਤੇ ਚੱਲਦੀ ਪਈ ਆ, ਠੀਕ ਹੈ, ਜਦੋਂ ਮੈਂ origin ਤੋਂ ਅਵੇ ਮੂਵ ਕਰਦਾ ਪਿਆ, ਮੰਨ ਲਓ ਆਪਾਂ origin ਤੋਂ ਅਵੇ ਮੂਵ ਕਰਦੇ ਪਏ, ਠੀਕ ਹੈ, ਆ ਮੰਨ ਲਓ ਮੈਂ 10 ਕਿਲੋਮੀਟਰ ਕਵਰ ਕੀਤੇ, ਠੀਕ ਹੈ, 1 ਆਵਰ ਦੇ ਅੰਦਰ। ਉਸ ਤੋਂ ਬਾਅਦ ਮੈਂ ਅਗਲੇ 10 ਕਿਲੋਮੀਟਰ ਕਵਰ ਕੀਤੇ 1 ਆਵਰ ਦੇ ਅੰਦਰ, 10 ਕਿਲੋਮੀਟਰ ਕਵਰ ਕੀਤੇ 1 ਆਵਰ ਦੇ ਅੰਦਰ, ਤੇ ਮੇਰੀ ਇਸ ਵੇਲੇ ਕੀ ਹੋਏਗਾ, ਸਪੀਡ ਕਾਂਸਟੈਂਟ ਰਹੂਗੀ। यस सर। है ना, ਇਹਦਾ ਮਤਲਬ ਹੋ ਗਿਆ ਕਿ 1 ਘੰਟੇ ਬਾਅਦ 2 ਆਵਰਸ ਬਾਅਦ 3 ਆਵਰਸ ਬਾਅਦ 4 ਆਵਰਸ ਬਾਅਦ 10 ਸੈਕਿੰਡ 20 ਸੈਕਿੰਡ ਮੇਰੀ ਸਪੀਡ ਨਹੀਂ ਚੇਂਜ ਹੋ ਰਹੀ, ਠੀਕ ਹੈ, ਵੈਲੋਸਿਟੀ ਰਿਮੇਨ ਕਾਂਸਟੈਂਟ। ਜਦੋਂ ਵੀ ਗ੍ਰਾਫ ਮੇਰਾ ਸਟ੍ਰੇਟ ਲਾਈਨ ਗ੍ਰਾਫ ਆਏਗਾ, ਜਦੋਂ ਵੀ ਗ੍ਰਾਫ ਮੇਰਾ ਸਟ੍ਰੇਟ ਲਾਈਨ ਗ੍ਰਾਫ ਹੋਏਗਾ, ਇਸ ਗ੍ਰਾਫ ਦੀ ਕੈਰੈਕਟਰਿਸਟਿਕ ਇਹ ਹੁੰਦੀ ਆ, ਇਸ ਗ੍ਰਾਫ ਦੇ ਸਲੋਪ ਤੋਂ ਜਿਹੜਾ ਵੀ ਵੇਰੀਏਬਲ ਨਿਕਲਦਾ ਪਿਆ, ਜਿੱਦਾਂ ਇਸ ਵੇਲੇ ਪੋਜੀਸ਼ਨ ਟਾਈਮ ਦਾ ਗ੍ਰਾਫ ਆ, ਤੇ ਪੋਜੀਸ਼ਨ ਟਾਈਮ ਗ੍ਰਾਫ ਦੀ ਸਲੋਪ ਤੋਂ ਵੈਲੋਸਿਟੀ ਨਿਕਲ ਰਹੀ ਆ, ਤਾਂ ਅਸੀਂ ਕਹਾਂਗੇ ਵੈਲੋਸਿਟੀ ਦੀ ਵੈਲਿਊ ਤੁਸੀਂ ਆ 10 ਸੈਕਿੰਡ ਦੇ ਇੰਟਰਵਲ ਹੀ ਕੱਢ ਦੋ, ਠੀਕ ਹੈ, ਅਗਲੇ ਕੋਈ ਹੋਰ 10 ਸੈਕਿੰਡ ਦੇ ਇੰਟਰਵਲ ਨਹੀਂ ਕੱਢ ਦੋ, ਹਰ ਵਾਰੀ ਉਹਦੀ ਵੈਲੋਸਿਟੀ ਦੀ ਵੈਲਿਊ ਕਾਂਸਟੈਂਟ ਹੋਏਗੀ। ਇਹਦਾ ਮਤਲਬ ਜੇ ਮੈਂ ਇੱਥੇ ਗ੍ਰਾਫ ਪਲਾਟ ਕਰਾਂ ਆਫਟਰ 1 ਆਵਰ, आफ्टर 2 आवर, आफ्टर 3 आवर, आफ्टर 4 आवर, क्या मेरी वेलोसिटी चेंज होएगी? नो सर। नो सर। वेलोसिटी कांस्टेंट है ना, ਇਹਦਾ ਮਤਲਬ 1 ਆਵਰ ਬਾਅਦ ਵੀ 2 ਆਵਰ ਬਾਅਦ 3 ਆਵਰ ਬਾਅਦ ਜੇ ਮੈਂ ਸਾਰੇ ਪੁਆਇੰਟ ਜੁਆਇਨ ਕਰਦਾ ਤੇ ਮੇਰੀ ਪੋਜ਼ਿਟਿਵ ਕਾਂਸਟੈਂਟ ਵੈਲੋਸਿਟੀ ਜਿਹੜੀ ਆ ਉਹ ਪਾਰਟੀਕਲ ਦੀ ਬਣੀ ਰਹੇ, ਤੇ ਆਹ ਗ੍ਰਾਫ ਮੇਰੇ ਕੋਲ ਜਿਹੜਾ ਇਹਦੇ ਕੋਰਸਪੋਂਡਿੰਗ ਵੈਲੋਸਿਟੀ ਟਾਈਮ ਗ੍ਰਾਫ ਬਣ ਜਾਏਗਾ। ਇਸ ਗ੍ਰਾਫ 'ਚ ਆਪਾਂ ਇਹ ਵਰਡ ਯੂਜ਼ ਕੀਤੇ ਆ
कि जे ऑब्जेक्ट ਜਿਹੜਾ ਹੈਗਾ ਹਨਾ ਇਨੀਸ਼ੀਅਲੀ ਉਹ ਐਸ ਸੱਚ origin ਤੋਂ ਦੂਰ ਖੜਾ ਵਾ ਤੇ ਫਿਰ ਉਹ ਜਿੱਦਾਂ ਜਿੱਦਾਂ origin ਵੱਲ ਨੂੰ ਆਉਂਦਾ ਜਾ ਰਿਹਾ ਇੱਕ ਕਾਂਸਟੈਂਟ ਸਪੀਡ ਤੇ ਆ ਰਿਹਾ यानी हर एक सेकंड बाद मान लो आप 1 सेकंड का गैप लेने हर 1 सेकंड बाद मैं देखा कि ਉਹਦੇ 2 ਮੀਟਰ ਦਾ ਡਿਸਟੈਂਸ ਜਿਹੜਾ ਉਹ ਘਟਦਾ ਜਾ ਰਿਹਾ ਇਹਦਾ ਮਤਲਬ ਉਹਦਾ ਕੀ ਹੋ ਰਿਹਾ ਟਾਈਮ ਇਨਕਰੀਜ਼ ਹੋ ਰਿਹਾ ਪਰ ਉਹਦੀ ਡਿਸਟੈਂਸ ਜਿਹੜੀ ਵੈਲਿਊ ਆ ਟੁਵਰਡਸ ਦਾ origin that will going on decreasing ਤੇ ਫਿਰ ਅਸੀਂ ਕਹਿੰਦੇ ਉਹਦਾ ਗ੍ਰਾਫ ਜਿਹੜਾ ਉਹ 네ਗੇਟਿਵ ਵੈਲੋਸਿਟੀ ਨੂੰ ਇੰਡੀਕੇਟ ਕਰੇਗਾ यस सर यस सर ਫਿਰ ਮੇਰੇ ਕੋਲ ਗ੍ਰਾਫ ਆ ਜਾਏਗਾ ਕਿ ਵੈਲੋਸਿਟੀ ਕਾਂਸਟੈਂਟ ਤੇ ਹੈਗੀ ਆ बट पॉजिटिव च नहीं कांस्टेंट वेलोसिटी दी वैल्यू नेगेटिव च कांस्टेंट है ओदी वेलोसिटी सी कहंदे जी -10 मीटर पर सेकंड आ ओदा मतलब सिर्फ ये होएगा ये नहीं कि ओदी वेलोसिटी घटदी पई आ माइनस लग गया ओदा मतलब ये हैगा कि ओदा जेड़ा गैप हैगा ओरिजिन तो वो डिक्रीज करता जाएगा ओते माइनस का मतलब सिर्फ ये होएगा कि योर गैप टुवर्ड्स द ओरिजिन दैट विल गोइंग ऑन डिक्रीजिंग 1 सेकंड ठीक है ओरिजिन मान लो मैं ओरिजिन तो 100 मीटर दूर खड़ा सी 10 मिनट बाद मैं ओरिजिन तो 70 मीटर दूर रह गया 20 सेकंड बाद ठीक है मैं ओरिजिन तो एसएच 50 मीटर दूर रह गया ठीक है 30 सेकंड बाद मैं ओरिजिन तो 10 मीटर दूर रह गया ते 40 सेकंड पे मैं ओरिजिन पे पहुंच गया ਇਹਦਾ ਮਤਲਬ ਮੇਰਾ ਗੈਪ ਟੁਵਰਡਸ origin that will going on decreasing ਇਹਨੂੰ ਅਸੀਂ ਐਸਐਚ 네ਗੇਟਿਵ ਵੈਲੋਸਿਟੀ ਦਾ ਗ੍ਰਾਫ ਕਹਿੰਦੇ ਕੀ ਇੰਨੀ ਗੱਲ ਕਲੀਅਰ ਹੈ यस सर ਹੁਣ ਜੇ ਇਹਦੀ ਥਾਂ ਤੇ ਅਸੀਂ ਲਈਏ ਕਿ ਆਬਜੈਕਟ ਦੀ ਮੋਸ਼ਨ ਨਾਨ ਯੂਨੀਫਾਰਮ ਜੇ ਨਾਨ ਯੂਨੀਫਾਰਮ ਮੋਸ਼ਨ ਹੋਏਗੀ ਬੇਟਾ ਤੇ ਨਾਨ ਯੂਨੀਫਾਰਮ ਮੋਸ਼ਨ ਦਾ ਮਤਲਬ ਇਹ ਹੋ ਗਿਆ ਕਿ ਯਰ ਵੈਲੋਸਿਟੀ ਵਿਲ ਗੋਇੰਗ ਔਨ ਚੇਂਜਿੰਗ ਤੁਹਾਡੀ ਵੈਲੋਸਿਟੀ ਕਾਂਸਟੈਂਟ ਨਹੀਂ ਹੈਗੀ ਤੁਹਾਡੀ ਪੋਜੀਸ਼ਨ ਟਾਈਮ ਦੇ ਨਾਲ ਚੇਂਜ ਹੁੰਦੀ ਪਈ ਠੀਕ ਹੈ ਆਪਾਂ ਇਹ ਕਹਿੰਦੇ ਪਏ ਕਿ ਜੇ ਮੰਨ ਲਓ ਪਹਿਲੇ 10 ਸੈਕਿੰਡ ਚ ਆਬਜੈਕਟ ਨੇ 12 ਕਿਲੋਮੀਟਰ ਕਵਰ ਕੀਤੇ ਅਗਲੇ 10 ਸੈਕਿੰਡ ਦੇ ਅੰਦਰ ਉਹ 15 ਕਿਲੋਮੀਟਰ ਕਵਰ ਕਰ ਰਿਹਾ ਉਸ ਤੋਂ ਅਗਲੇ 10 ਸੈਕਿੰਡ ਦੇ ਅੰਦਰ ਉਹ 4 ਕਿਲੋਮੀਟਰ ਕਵਰ ਕਰ ਰਿਹਾ ਇਹਦਾ ਮਤਲਬ ਆ ਉਹਦਾ ਇਕੁਅਲ ਟਾਈਮ ਗੈਪ ਦੇ ਅਕ੍ਰੋਸ ਆਪਾਂ ਟਾਈਮ ਦੇ ਗੈਪ ਸੇਮ ਰੱਖਿਆ ਇਕੁਅਲ ਟਾਈਮ ਗੈਪ ਦੇ ਅਕ੍ਰੋਸ ਅਨਇਕੁਅਲ ਡਿਸਟੈਂਸ ਕਵਰ ਹੁੰਦੇ ਪਏ यस सर ਜੇ ਇਕੁਅਲ ਟਾਈਮ ਚ ਅਨਇਕੁਅਲ ਡਿਸਟੈਂਸ ਕਵਰ ਹੁੰਦੇ ਪਏ ਤਾਂ ਅਸੀਂ ਕਹਿੰਦੇ ਆਬਜੈਕਟ ਦੀ ਮੋਸ਼ਨ ਜਿਹੜੀ ਉਹ ਨਾਨ ਯੂਨੀਫਾਰਮ ਆ ਉਹ ਤੇ ਉਹਦਾ ਗ੍ਰਾਫ ਪਲਾਟ ਕਰਨਾ ठीक है नॉन यूनिफॉर्म मोशन का एक पासे पोजीशन आ गई एक पासे मेरे को टाइम आ गया ग्राफ कुछ भी इस टाइप की कर्व बना दे जे मैं इस कर्व ਨੂੰ ਨੋਟ ਕਰਾਂ ਤੇ ਮੈਨੂੰ ਆ ਮਿਲਦਾ ਪਿਆ ਇੰਨੇ ਟਾਈਮ ਦੇ ਗੈਪ ਦੇ ਅੰਦਰ ਜੇ ਮੈਂ ਆ ਸ਼ੁਰੂ ਵਾਲਾ ਇੰਨਾ ਟਾਈਮ ਦਾ ਗੈਪ ਦੇਖਾਂ ਨਾ ਇੰਨੇ ਟਾਈਮ ਗੈਪ ਦੇ ਅੰਦਰ ਮੇਰੀ ਪੋਜੀਸ਼ਨ ਦੇ ਵਿੱਚ ਚੇਂਜ ਥੋੜੀ ਆਏਗਾ ਤੇ ਜੇ ਮੈਂ ਇੰਨਾ ਹੀ ਟਾਈਮ ਦਾ ਗੈਪ ਇੱਥੇ ਬਣਾ ਲਵਾਂ कि आ मेरे को टाइम दे गैप ਜਿਹੜੇ ਆ ਗਏ ਇਹ ਆਪਾਂ ਦੋ ਟਾਈਮ ਦੇ ਇਕੁਅਲ ਗੈਪ ਲੈ ਲਏ ਮੰਨ ਲਓ ਜਿੰਨਾ ਆ ਟਾਈਮ ਇੰਟਰਵਲ ਹੋਏਗਾ ਹਨਾ ਉਨੇ ਹੀ ਗੈਪ ਆ ਵੀ ਆ ਇੱਥੇ ਫਰਕ ਇਹ ਹੋਏਗਾ ਕਿ ਇਸ ਟਾਈਮ ਇੰਟਰਵਲ ਦੇ ਅੰਦਰ ਪੋਜੀਸ਼ਨ ਦੀ ਚੇਂਜ ਥੋੜੀ ਹੈ ਜਦਕਿ ਅਗਲੇ ਟਾਈਮ ਗੈਪ ਦੇ ਅੰਦਰ ਮੇਰੀ ਪੋਜੀਸ਼ਨ ਦੀ ਚੇਂਜ ਜਿਹੜੀ ਉਹ ਜ਼ਿਆਦਾ ਆਉਂਦੀ ਪਈ ਆ ਇੰਨੀ ਗੱਲ ਸਮਝ ਲੱਗਦੀ ਪਈ यस यस सर ਅਗਲਾ ਮੈਂ ਇੰਨਾ ਹੀ ਟਾਈਮ ਇੰਟਰਵਲ ਅੱਗੇ ਲੈ ਕੇ ਚੱਲਾਂ ठीक है जी अगला टाइम इंटरवल ਆਪਾਂ ਇੰਨਾ ਹੀ ਫੇਰ ਲੈ ਲਈਏ ਮੰਨ ਲਓ ਤੇ ਇਸ ਟਾਈਮ ਇੰਟਰਵਲ ਦੇ ਅੰਦਰ ਮੇਰੀ ਪੋਜੀਸ਼ਨ ਦੇ ਚੇਂਜ ਜਿਹੜੀ ਉਹ ਬਹੁਤ ਜ਼ਿਆਦਾ ਆਉਂਦੀ ਪਈ ਹੈ ਇਹ ਮਤਲਬ ਕੰਟੀਨਿਊਸਲੀ ਇਹ ਹੋ ਰਿਹਾ ਕਿ ਪਹਿਲੇ 10 ਸੈਕਿੰਡ ਦੇ ਅੰਦਰ ਮੈਂ ਮੰਨ ਲਓ 2 ਮੀਟਰ ਕਵਰ ਕੀਤੇ ਆ ਅਗਲੇ 10 ਸੈਕਿੰਡ ਦੇ ਅੰਦਰ ਮੈਂ 20 ਮੀਟਰ ਕਵਰ ਕੀਤੇ ਆ ਅਗਲੇ 10 ਸੈਕਿੰਡ ਦੇ ਅੰਦਰ ਮੈਂ 200 ਮੀਟਰ ਕਵਰ ਕੀਤੇ ਆ ਤੇ ਕੰਟੀਨਿਊਸਲੀ ਵੈਲੋਸਿਟੀ ਵਿਲ ਗੋਇੰਗ ਔਨ ਇਨਕਰੀਜ਼ਿੰਗ ਹੋਏਗਾ यस सर है ना सो इस टाइप का जेड़ा ग्राफ होएगा ये ਅਸੀਂ ਕਹਿੰਦੇ नॉन यूनिफॉर्म मोशन ਦਾ ग्राफ ਹੋਵੇਗਾ सो ਇਹ ਮੇਰੇ ਕੋਲ नॉन यूनिफॉर्म मोशन ਚ ग्राफ ਆ ਜੂ ਆ ਚਾਰੇ ਦੇ ਚਾਰੇ ग्राफ ਜਿਹੜੇ ਬਣਾਣੇ ਪਏ ਇੱਕ यूनिफॉर्म मोशन ਦੇ ਵਿੱਚ ਮੇਰੇ ਕੋਲ ग्राफ ਬਣੂਗੇ क्या ਇਹ ਗੱਲ ਸਮਝ ਆ ਰਹੀ यस यस सर सर यस सर सर जो थर्ड ग्राफ है जो आपने नेगेटिव शो करने के लिए यूज किया उसमें हम कांस्टेंट वेलोसिटी कहेंगे बिल्कुल पता ग्राफ और ਬੱਚੇ ਆਪਾਂ ਕੀ ਕਹਿਣਾ ਚਾਹ ਰਹੇ ਆ ਉਹ ਚ 네ਗੇਟਿਵ ਦਾ ਮਤਲਬ ਸਮਝੋ ਬਾਰ-ਬਾਰ ਦੱਸਦਾ ਪਿਆ ਕਿ ਵੀ ਤੇਰੀ ਵੈਲੋਸਿਟੀ ਜਿਹੜੀ ਆ ਜੇ ਇੱਥੇ ਮੈਂ ਕੱਢਾਂ ਆ ਵਾਲਾ ਗੈਪ ਲੈ ਕੇ ਹੈਨਾ ਇਸ ਗੈਪ ਦੇ ਅੰਦਰ ਮੇਰੇ ਕੋਲ x2 ਦੀ ਵੈਲਿਊ x1 ਤੋਂ ਛੋਟੀ ਹੈ x2 ਮੇਰੀ ਫਾਈਨਲ ਪੋਜੀਸ਼ਨ x1 ਮੇਰੀ ਇਨੀਸ਼ੀਅਲ ਹੈ ਇਹਦਾ ਮਤਲਬ ਆ x2 x1 네ਗੇਟਿਵ ਚ ਆਇਆ ਇਹਦਾ ਮਤਲਬ ਹੈ ਤੁਹਾਡਾ ਗੈਪ ਜਿਹੜਾ ਵਾ ਹੈਨਾ ਟੁਵਰਡਸ ਦਾ origin ਉਹ ਡਿਕਰੀਜ਼ ਹੋ ਰਿਹਾ ਇਹਦਾ ਮਤਲਬ ਇੱਥੇ ਜੇ ਮੈਂ ਵੈਲਿਊ ਕੱਢਾਂ 40 minus 60 over 2 ਇਹਦਾ ਮਤਲਬ ਹੈ -20 over 2
यानी -10 मीटर पर सेकंड मेरी वेलोसिटी है ਤੇ ਉਹ ਚ ਮਾਈਨਸ ਕੀ ਇੰਡੀਕੇਟ ਕਰਦਾ ਪਿਆ ਇਹ ਭਾਈ ਬਾਰ-ਬਾਰ ਕਹਿ ਰਹੇ ਮਾਈਨਸ ਦਾ ਮਤਲਬ ਇਹ ਨਹੀਂ ਹੋਊਗਾ ਕਿ ਤੁਹਾਡੀ ਵੈਲੋਸਿਟੀ ਘਟਦੀ ਪਈ ਆ ਵੈਲੋਸਿਟੀ ਕਾਂਸਟੈਂਟ ਆ ਬਟ ਕਹਿੰਦਾ ਜੀ ਯੂ ਆਰ ਅਪਰੋਚਿੰਗ ਦਾ origin ਉੱਥੇ ਨੈਗੇਟਿਵ ਦਾ ਇਹਦਾ ਇੱਥੇ ਤੁਸੀਂ ਕੀ ਆ ਅਵੇ ਫਰਮ origin ਜਾ ਰਹੇ ਉੱਥੇ ਤੁਸੀਂ ਟੁਵਰਡਸ ਦਾ origin ਆਨੇ ਪਏ ਇਹਦਾ ਮਤਲਬ origin ਤੋਂ ਅਵੇ ਜਾ ਰਿਹਾ ਕਿ ਟੁਵਰਡਸ origin ਆ ਰਿਹਾ ਉਹ ਵੈਲੋਸਿਟੀ ਦਾ ਜਿਹੜੀ ਇਹਦੀ ਸਪੀਡ ਦਾ ਜਿਹੜਾ ਸਾਈਨ ਆ ਉਹ ਡਿਫਾਈਨ ਕਰਦਾ ਪਿਆ ਪਰ ਉਹਦਾ ਕਿਤੇ ਇਹ ਮਤਲਬ ਨਹੀਂ ਕਿ ਇੱਥੇ ਵੈਲੋਸਿਟੀ ਇਨਕਰੀਜ਼ ਆ ਇੱਥੇ ਵੈਲੋਸਿਟੀ डिक्रीज ਆ ਇਦਾਂ नहीं है क्लियर है सर एक छोटा Yes, सा sir. डाउट था सर जो आपने ऊपर ग्राफ बनाया फर्स्ट ग्राफ जो है सर ये है इंक्रीजिंग वेलोसिटी व्हिच इज अवे फ्रॉम द ओरिजिन मैं तेरे मारने को सुन मैं उते एक बारी नहीं बोलिया कि ये इंक्रीजिंग वेलोसिटी दा ग्राफ है ये बच्चे इंक्रीजिंग वेलोसिटी दा है ही नहीं ग्राफ यार इंक्रीजिंग पोजीशन आ पोजीशन इंक्रीज होती पई है टाइम दे बदलना तेरा गैप ओरिजिन तो ਵੱਧਦਾ ਪਿਆ ठीक है जी मेरा घर ओरिजिन हो गया ठीक है ਤੁਸੀਂ ਮੇਰੇ ਘਰ ਆਏ ਸੀ ठीक है मेरे घर ਤੋਂ ਤੁਸੀਂ ਆਪਣੇ ਘਰ ਵੱਲ ਚੱਲੇ ਤੁਹਾਨੂੰ 10 ਮਿੰਟ ਲੱਗੇ ਤੁਸੀਂ 1 ਮਿੰਟ ਬਾਅਦ ਮੇਰੇ ਘਰ ਤੋਂ 10 ਮੀਟਰ ਦੂਰ ਹੋ ਗਏ 2 ਮਿੰਟ ਬਾਅਦ ਤੁਸੀਂ 20 ਮੀਟਰ ਦੂਰ ਹੋ ਗਏ 3 ਮਿੰਟ ਬਾਅਦ ਤੁਸੀਂ 30 ਮੀਟਰ ਦੂਰ ਹੋ ਗਏ 4 ਮਿੰਟ ਬਾਅਦ 40 ਮੀਟਰ ਦੂਰ ਹੋ ਗਏ ਇਹ ਮਤਲਬ ਹਰ 1 ਮਿੰਟ ਦੇ ਅੰਦਰ ਤੂੰ 10 ਮੀਟਰ ਕਵਰ ਕਰ ਰਿਹਾ यस सर ਤੇ ਤੇਰੀ ਵੈਲੋਸਿਟੀ ਥੋੜਾ ਵੱਧ ਰਹੀ ਆ ਇਹ ਮਤਲਬ ਤੂੰ 10 ਮੀਟਰ ਪਰ ਸੈਕਿੰਡ ਜਾਂ 10 ਮੀਟਰ ਪਰ ਮਿੰਟ ਦੇ ਹਿਸਾਬ ਨਾਲ ਤੂੰ ਇੱਕ ਕਾਂਸਟੈਂਟ ਸਪੀਡ ਤੇ ਚੱਲਦਾ ਪਿਆ ਵੈਲੋਸਿਟੀ ਥੋੜਾ ਵਧੀ ਆ ਵੈਲੋਸਿਟੀ ਤਾਂ ਕਾਂਸਟੈਂਟ ਆ ਬੇਟਾ ਪੋਜੀਸ਼ਨ ਕੰਟੀਨਿਊਸਲੀ ਗੋਇੰਗ ਔਨ ਇਨਕਰੀਜ਼ ਤੇਰਾ ਗੈਪ ਮੇਰੇ ਘਰ ਤੋਂ ਉਹ ਵੱਧਦਾ ਜਾ ਰਿਹਾ ਠੀਕ ਹੈ ਜਿੱਦਾਂ ਜਿੱਦਾਂ ਤੂੰ origin ਤੋਂ ਅਵੇ ਜਾਣਾ ਪਿਆ ਤੇ ਜੇ ਮੈਂ ਇਹ ਕਹਾਂ ਕਿ ਤੂੰ ਮੇਰੇ ਘਰ ਵੱਲੋਂ ਆਣਾ ਪਿਆ ਸ਼ੁਰੂ ਚ ਤੂੰ ਮੇਰੇ ਘਰ ਤੋਂ 100 ਮੀਟਰ ਦੂਰ ਖੜਾ ठीक है ਇਹਦਾ ਮਤਲਬ 0 ਸੈਕਿੰਡ ਤੇ ਤੂੰ 100 ਮੀਟਰ ਦੂਰ ਆ ਠੀਕ ਹੈ ਜੀ 1 ਮਿੰਟ ਬਾਅਦ ਤੂੰ ਜਿਹੜਾ 90 ਮੀਟਰ ਦੂਰ ਰਹਿ ਗਿਆ 10 ਮੀਟਰ ਤੂੰ ਆਪਣੇ ਘਰ ਤੋਂ ਮੇਰੇ ਘਰ ਵੱਲੋਂ ਆ ਗਿਆ ਫਿਰ 2 ਮਿੰਟ ਬਾਅਦ ਤੂੰ 80 ਮੀਟਰ ਕਹਿੰਦਾ ਘਰੋਂ ਐਸਐਚ ਮੰਨ ਲਓ 20 ਮੀਟਰ ਕਵਰ ਕਰ ਲੈ 80 ਮੀਟਰ ਮੇਰੇ ਤੋਂ ਦੂਰ ਰਹਿ ਗਿਆ 3 ਮਿੰਟ ਬਾਅਦ ਤੂੰ ਜਿਹੜਾ ਵਾ ਕਹਿੰਦਾ ਜੀ 70 ਮੀਟਰ ਦੂਰ ਰਹਿ ਗਿਆ ਇਹਦਾ ਮਤਲਬ ਹਰ 1 ਮਿੰਟ ਦੇ ਅੰਦਰ ਤੂੰ 10 ਮੀਟਰ ਹੀ ਕਵਰ ਕੀਤੇ ਆ ठीक है तो जे हर इक्वल टाइम च मैं इक्वल डिस्टेंस कवर करूंगा तो स्पीड थोड़ा बढ़ रही है या घट रही है स्पीड तो सेम है बेटा पर फर्क ये पै रहा कि यू आर मूविंग अवे फ्रॉम ओरिजिन और यू आर मूविंग टुवर्ड्स द ओरिजिन जे तुसी ओरिजिन तो अवे जाने पए जे तुसी ओरिजिन तो अवे जाने पए ते ਅਸੀਂ ਕਹਿੰਦੇ ਉਹ ਪੋਜ਼ਿਟਿਵ ਵੈਲੋਸਿਟੀ ਦਾ ਗ੍ਰਾਫ ਇੰਡੀਕੇਟ ਕਰਦਾ ਤੇ ਜੇ ਤੁਸੀਂ ओरिजिन ਨੂੰ ਅਪਰੋਚ ਕਰਦੇ ਪਏ ਇਧਰੋਂ ਪੋਜੀਸ਼ਨ ਸਟਾਰਟਿੰਗ ਆ ਸੀਗੀ फाइनल पोजीशन जो बॉडी इतने हिसाब ਨਾਲ ਲਾਈਏ ਟਾਈਮ ਨਾਲ ਤੇ ਤੁਹਾਡੀ ਪੋਜੀਸ਼ਨ origin ਆ ਗਈ ਇਹਦਾ ਮਤਲਬ ਇੱਥੇ ਤੁਹਾਡੀ ਪੋਜੀਸ਼ਨ ਟਾਈਮ ਦੇ ਇਨਕਰੀਜ਼ ਕਰਨ ਨਾਲ ਪੋਜੀਸ਼ਨ ਘਟੀ ਆ ਟੁਵਰਡਸ origin ਇਹ ਮਤਲਬ ਆ 네ਗੇਟਿਵ ਪੋਜ਼ਿਟਿਵ ਵੈਲੋਸਿਟੀ ਥੋੜਾ ਬੇਟਾ ਇਨਕਰੀਜ਼ ਹੋ ਰਹੀ ਹੈ ਕਲੀਅਰ ਆ यस सर Yes, sir. सर ਓਏ ਜਿਹਨੇ ਡਾਊਟ ਪੁੱਛਿਆ ਸੀ ਉਹਨੂੰ ਕਲੀਅਰ ਆ ਅਨੁਪਮ यस सर आ गया सर समझ ਉਹਦਾ ਕਰੋਗੇ ਚਲੋ ਇਹਨਾਂ ਕਲੀਅਰ ਹੈ ਗ੍ਰਾਫ ਕਲੀਅਰ ਹੈ ਸਾਰੇ ਬੇਟਾ यस सर क्लियर है सर यस सर ਚਲੋ ਅਗਲਾ ਟੌਪਿਕ ਗੱਲ ਸਮਝਿਓ ਧਿਆਨ ਨਾਲ ਨੈਕਸਟ ਟੌਪਿਕ ਜਿਹੜਾ ਕਰਨ ਲੱਗੇ ਟੌਪਿਕ ਦਾ ਨਾਮ ਹੈਗਾ ਰਿਲੇਟਿਵ ਵੈਲੋਸਿਟੀ ਬੱਚੇ ਕੰਪੀਟੀਟਿਵ ਚ ਕਵਰ ਹੋਣਾ ਵਾ ਠੀਕ ਹੈ ਸੀਬੀਐਸਈ ਸਿਲੇਬਸ ਦੇ ਵਿੱਚ ਟੌਪਿਕ ਹੈ ਨਹੀਂ ਪਰ ਇਹਨੂੰ ਕਰੇ ਬਿਨਾ ਨੂਮੈਰੀਕਲ ਨਹੀਂ ਸੌਖੇ ਢੰਗ ਨਾਲ ਇਸ ਲਈ ਇਹ ਕਰਨਾ ਜ਼ਰੂਰੀ ਹੋਏਗਾ ਨੈਕਸਟ ਟੌਪਿਕ ਆਪਣਾ ਰਿਲੇਟਿਵ ਵੈਲੋਸਿਟੀ एक सेकंड रुक जाओ मैं आप फोटो थोड़ी खिंचन लग गया हाँ जी चलो शुरू कर रहे हैं नेक्स्ट टॉपिक जेड़ा ਉਹਦੇ ਇਹ ਟੌਪਿਕ ਨੂਮੈਰੀਕਲ ਲਈ ਇੰਪੋਰਟੈਂਟ ਹੋਏਗਾ ਇਸ ਲਈ ਸਮਝਿਓ ਧਿਆਨ ਨਾਲ ਇਸ ਟੌਪਿਕ ਨੂੰ ਟੌਪਿਕ ਸ਼ੁਰੂ ਕਰ ਰਹੇ ਹਾਂ ਜੀ relative velocity relative velocity कहना जी as the name suggest ठीक है velocity ਨੂੰ ਅਸੀਂ relate ਕਰਨਾ ਕਿਹਨਾਂ relate ਕਰਨਾ ਜੇ ਮੈਂ ਇੰਨੀ ਗੱਲ ਕਰਾਂ ਕਹਿੰਦਾ ਜੀ ਮੈਂ ਇਸ ਮੂਵਮੈਂਟ ਦੀ ਕਿਹੜੀ ਸਟੇਟ ਚ
Rest. ਰੈਸਟ। ਇਹ ਰੈਸਟ ਵਿੱਚ ਜਦੋਂ ਮੈਨੂੰ ਕਿਹਾ ਕਿਹਦੇ ਰਿਸਪੈਕਟਿਵਲੀ ਕਿਹਾ ਤੁਸੀਂ? ਤੁਹਾਡੇ ਸਰਾਊਂਡਿੰਗ ਵਿੱਚ Surroundings. ਹਾਂ ਸਰਾਊਂਡਿੰਗ ਦੀ ਚੇਂਜ ਹੋਈ Surrounding. Sir, your motion. ਵਿਦ ਰਿਸਪੈਕਟ ਟੂ ਸਰਾਊਂਡਿੰਗ। ਮੈਂ ਇਦਾਂ ਗੱਲ ਕਰਾਂ, ਸਮਝੋ ਗੱਲ ਧਿਆਨ ਨਾਲ। ਇੱਥੋਂ ਤੁਰਦਾ ਹੋਵਾਂ ਬੇਟੇ, ਮੇਰੇ ਨਾਲ ਨਾਲ ਬੋਰਡ ਵੀ ਤੁਰਦਾ ਹੋਵੇ, ਐਗਜ਼ੈਕਟਲੀ ਅਸੀਂ ਦੋਨੋਂ ਬਰਾਬਰ ਦਾ ਮੂਵ ਕਰਦੇ ਹੋਈਏ, ਕਿਆ ਬੋਰਡ ਦੇ ਰਿਸਪੈਕਟਿਵਲੀ ਮੇਰੀ ਪੋਜੀਸ਼ਨ No, sir. है ना, ਇਹਦਾ ਮਤਲਬ ਮੇਰੀ ਪੋਜੀਸ਼ਨ ਜਿਹੜੀ ਆ ਵਿਦ ਰਿਸਪੈਕਟ ਟੂ ਬੋਰਡ ਅਸੀਂ ਕੰਸੀਡਰ ਕਰ ਰਹੇ। ਉਹ ਵੈਲੋਸਿਟੀ ਜਿਹੜੀ ਆ ਉਹ ਕਹਿੰਦਾ ਜੀ ਅਸੀਂ ਇਹਨੂੰ ਐਬਸੋਲੂਟ ਟਰਮ ਨਹੀਂ ਲੈਂਦੇ, ਇੰਡੀਪੈਂਡੈਂਟ ਟਰਮ ਨਹੀਂ ਲੈਂਦੇ। ਵੈਲੋਸਿਟੀ ਹਮੇਸ਼ਾ ਜਦੋਂ ਵੀ ਡਿਫਾਈਨ ਕਰਦੇ ਨਾ ਵਿਦ ਰਿਸਪੈਕਟ ਟੂ ਸਮਵਨ। ਮੈਂ ਕਹਿੰਦਾ ਕਿ ਵੀ ਮੈਂ ਰੈਸਟ ਉੱਤੇ ਆ, ਕਹਿੰਦਾ ਵੀ ਕਿਸ ਹਿਸਾਬ ਨਾਲ, ਕਹਿੰਦਾ ਜੀ ਵਿਦ ਰਿਸਪੈਕਟ ਟੂ ਦਿਸ ਸਰਾਊਂਡਿੰਗ। ਉਹ ਕਹਿੰਦਾ ਜੀ ਮੈਂ ਮੋਸ਼ਨ ਚ ਆ ਵਿਦ ਰਿਸਪੈਕਟ ਟੂ ਦਿਸ ਸਰਾਊਂਡਿੰਗ। ਇਹਦਾ ਮਤਲਬ ਕੋਈ ਵੀ ਆਬਜੈਕਟ, ਅਸੀਂ ਅੱਗੇ ਵੀ ਵਰਡ ਕਿਹਾ ਸੀ ਰੈਸਟ ਐਂਡ ਮੋਸ਼ਨ ਦੇ ਆਰ ਰਿਲੇਟਿਵ, ਠੀਕ ਹੈ। ਰੈਸਟ ਐਂਡ ਮੋਸ਼ਨ ਦੋਨੋਂ ਰਿਲੇਟਿਵ ਟਰਮ ਨੇ, ਦੇ ਆਲਵੇਸ ਗੋ ਸਾਈਡ ਬਾਈ ਸਾਈਡ। ਤੇ ਰਿਲੇਟਿਵ ਵੈਲੋਸਿਟੀ ਦਾ ਮਤਲਬ ਇਹ ਹੁੰਦਾ you are comparing the velocity of one object with respect to other object। ਤੇ ਜਿਹਦੇ ਨਾਲ ਕੰਪੇਅਰ ਕਰਨ ਲੱਗਿਆ ਜੇ ਉਹ ਰੈਸਟ ਵਿੱਚ ਵਾ, ਜਿਹਦੇ ਨਾਲ ਕੰਪੇਅਰ ਕਰਨ ਲੱਗਿਆ ਜੇ ਉਹ ਰੈਸਟ ਵਿੱਚ ਆ, ਫਿਰ ਸਿਰਫ ਮੇਰੀ ਵੈਲੋਸਿਟੀ ਰਹਿ ਗਈ, ਫਿਰ ਉਦੋਂ ਅਸੀਂ ਇਹਨੂੰ ਐਬਸੋਲੂਟ ਇੰਡੀਪੈਂਡੈਂਟ ਟਰਮ ਮੰਨ ਸਕਦੇ ਹਾਂ। ਪਰ ਜੇ ਮੈਂ ਮੂਵ ਕਰਦਾ ਹਾਂ, ਮੈਂ ਇੱਕ ਕਾਰ ਡਰਾਈਵ ਕਰਦਾ ਪਿਆ 40 ਦੀ ਸਪੀਡ ਨਾਲ, ਤੇ ਮੇਰੇ ਨਾਲ ਹੀ ਇੱਕ ਹੋਰ ਕਾਰ 30 ਜਾਂ 70 ਦੀ ਸਪੀਡ ਨਾਲ ਮੂਵ ਕਰਦੀ ਪਈ ਹੈ, ਤੇ ਮੇਰੀ ਵੈਲੋਸਿਟੀ ਨੂੰ ਹਨਾ ਕਿਹਾ ਜਾਵੇ ਤੇਰੀ ਸਪੀਡ 40 ਹੈ ਬਈ, ਕਹਿੰਦਾ ਜੀ ਕਿਹਦੇ ਹਿਸਾਬ ਨਾਲ, ਬਾਹਰ ਸਰਾਊਂਡਿੰਗ ਦੇ ਹਿਸਾਬ ਨਾਲ ਦੱਸਦਾ ਪਿਆ ਕਿ ਨਾਲ ਵਾਲੀ ਕਾਰ ਦੇ ਹਿਸਾਬ ਨਾਲ ਦੱਸਦਾ ਪਿਆ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਵੀ ਕਿਸੇ ਆਬਜੈਕਟ ਦੀ ਵੈਲੋਸਿਟੀ ਨੂੰ ਕਿਸੇ ਦੂਸਰੇ ਆਬਜੈਕਟ ਦੀ ਵੈਲੋਸਿਟੀ ਨਾਲ ਕੰਪੇਅਰ ਕਰਾਂਗੇ ਹਨਾ, ਤੇ then we are always using the word relative velocity। relative velocity always defined as the relative change in position of one object with respect to another object। ਜੇ ਮੈਂ ਜਿੱਥੇ ਖੜਾ ਹਾਂ ਹਨਾ, ਤੇ ਮੇਰੇ ਸਾਹਮਣੇ ਇੱਕ ਦੀਵਾਰ ਹੈਗੀ ਆ, ਉਸ ਦੀਵਾਰ ਤੋਂ ਮੈਂ ਕਹਾਂ ਮੈਂ 10 ਮੀਟਰ ਦੂਰ ਖੜਾ, 3 ਸੈਕਿੰਡ ਦੇ ਅੰਦਰ ਮੈਂ 10 ਮੀਟਰ ਦੀ ਥਾਂ ਤੇ ਤੋਂ 15 ਮੀਟਰ ਦੂਰ ਹੋ ਜਾਵਾਂ ਹਨਾ, ਤੇ ਮੈਂ ਇਹ ਦੇਖਣਾ ਵੀ ਮੇਰੀ ਪੋਜੀਸ਼ਨ ਦੇ ਅੰਦਰ ਚੇਂਜ ਕਿੰਨੀ ਆ, ਤੇ ਮੈਂ ਉਹ origin ਦੇ ਰਿਸਪੈਕਟਿਵਲੀ ਦੇਖ ਰਿਹਾ। ਪਰ ਜੇ ਮੈਂ ਇਧਰੋਂ ਮੈਂ ਉਹ ਐਸਐਚ 3 ਸੈਕਿੰਡ ਦੇ ਅੰਦਰ 5 ਮੀਟਰ ਚੱਲਾਂ, ਨਾਲ ਹੀ ਇੱਕ ਹੋਰ ਆਬਜੈਕਟ ਉਸੇ 3 ਸੈਕਿੰਡ ਦੇ ਵਿੱਚ 10 ਮੀਟਰ ਚੱਲੇ, ਤੇ ਇਹ ਪੁੱਛਿਆ ਜਾਵੇ ਇਹਦੇ ਰਿਸਪੈਕਟਿਵਲੀ ਦੂਜੇ ਕਹ ਲਓ ਪਰਸਨ ਦੇ ਰਿਸਪੈਕਟਿਵਲੀ ਮੇਰੀ ਪੋਜੀਸ਼ਨ 'ਚ ਚੇਂਜ ਕਿੰਨੀ ਹੈ, ਤੇ ਉਦੋਂ ਮੈਨੂੰ origin ਨਹੀਂ ਚਾਹੀਦਾ, ਉਦੋਂ ਮੇਰੀ ਪੋਜੀਸ਼ਨ ਦੀ ਚੇਂਜ ਹਨਾ ਦੂਜੇ ਆਬਜੈਕਟ ਦੀ ਪੋਜੀਸ਼ਨ ਦੀ ਚੇਂਜ ਦੇ ਅਕੋਰਡਿੰਗਲੀ ਅਸੀਂ ਸਟੱਡੀ ਕਰਾਂਗੇ। ਉਸ ਚੀਜ਼ ਨੂੰ ਅਸੀਂ ਨਾਮ ਦਿੰਨੇ relative change in position of one object with respect to another position। क्या ये वर्ड समझ लग रहे? Yes, sir. Yes, sir. ठीक है, ਆਪਾਂ ਇਸੇ ਚੀਜ਼ ਦੀ ਗੱਲ ਕਰਨ ਲੱਗੇ। ਪਹਿਲਾਂ ਐਸਐਚ ਸਮਝਿਓ ਧਿਆਨ ਨਾਲ, ਮੈਥਮੈਟਿਕਲੀ ਕਿਦਾਂ ਇਸ ਕੰਮ ਨੂੰ ਜੋੜਾਂਗੇ। ਆਪਾਂ ਬੇਟਾ ਐਟ ਏ ਟਾਈਮ ਦੋ ਆਬਜੈਕਟ ਲੈ ਰਹੇ ਆ, ਇੱਕ ਆਬਜੈਕਟ A ਹੋਏਗਾ, ਠੀਕ ਹੈ ਜੀ, ਉਹਦੀ ਐਸਐਚ ਆ origin ਹੋ ਗਿਆ, ਇਹਦੇ origin ਨੂੰ x0 ਲਿਖ ਲਿਆ, ठीक है। ਇਹਦੀ ਇੱਕ ਸੈਕਿੰਡ ਆਬਜੈਕਟ ਹੋ ਗਿਆ, ਇਹਦੀ ਇੱਕ ਸੈਕਿੰਡ ਆਬਜੈਕਟ ਹੋ ਗਿਆ, ਉਹਦਾ ਇਨੀਸ਼ੀਅਲ ਜਿਹੜਾ ਇਹ B ਆਬਜੈਕਟ ਹੋ ਗਿਆ, ਇਹਦੀ ਵੀ ਇਨੀਸ਼ੀਅਲ ਪੋਜੀਸ਼ਨ x0। ਦੋਨਾਂ ਨੂੰ ਇੱਕ ਦੂਜੇ ਤੋਂ ਡਿਫਰੈਂਸ਼ੀਏਟ ਕਰਨ ਵਾਸਤੇ, ਦੋਨਾਂ ਦੇ origin ਡਿਫਰੈਂਟ ਦਿਖਾਉਣ ਵਾਸਤੇ ਇਹਨੂੰ ਸਿੰਬਲ x0 1 ਦੇ ਦਿਓ, ਇਹਨੂੰ x0 2 ਦੇ ਦਿਓ। 1 ਤੇ 2 ਇੱਥੇ ਜਿਹੜੇ ਸਿੰਬਲ ਆ ਉਹ ਆਬਜੈਕਟ ਨੂੰ ਡਿਫਾਈਨ ਕਰਦੇ ਨੇ। This is the initial position of first object and this is the initial position of second object। Let me say this object travel with the velocity v1। ये मेरा first object v1 स्पीड ਨਾਲ ਚੱਲ ਰਿਹਾ ਪਿਆ, second object मेरा v2 स्पीड ਨਾਲ ਚੱਲ ਰਿਹਾ ਪਿਆ, ठीक है। दोनों सेम टाइम पे चले, ये 60 ਦੀ स्पीड ਤੇ ਇਹ 100 ਦੀ स्पीड ਤੇ, ਜੋ ਮਰਜ਼ੀ ਕਹਿ ਲਓ, ਤੇ ਇਹਨਾਂ ਦੀ ਆਪਣੇ ਆਪ ਦੇ ਵਿੱਚ स्पीड ਚੇਂਜ ਨਹੀਂ ਹੋਣੀ ਕਿਉਂਕਿ ਇਹ ਯੂਨੀਫਾਰਮ ਮੋਸ਼ਨ ਹੈ। कंटिन्यूसली ए ऑब्जेक्ट ने, ए कार ने, ए बस ने 60 ਦੀ ਸਪੀਡ ਮੇਨਟੇਨ ਕੀਤੀ ਹੋਈ ਹੈ। ਅਸੀਂ ਕਿਹਾ 30 ਸੈਕਿੰਡ ਬਾਅਦ ਇਹ ਆਬਜੈਕਟ ਮੇਰਾ ਇੱਥੇ ਕਿਤੇ ਪਹੁੰਚ ਗਿਆ, ਤੇ ਇਹ ਪਹਿਲੇ ਆਬਜੈਕਟ ਦੀ ਫਾਈਨਲ ਪੋਜੀਸ਼ਨ, ਜਿਹੜੀ ਪਹਿਲੇ ਆਬਜੈਕਟ ਦੀ ਫਾਈਨਲ ਪੋਜੀਸ਼ਨ ਉਹਨੂੰ x ਲਿਖ ਲਿਆ,
ਦੂਜੇ ਆਬਜੈਕਟ ਦੀ ਫਾਈਨਲ ਪੋਜੀਸ਼ਨ ਉਹਨੂੰ ਵੀ x ਲਿਖ ਲਿਆ। ਆਪਸ ਵਿੱਚ ਡਿਫਰੈਂਸ਼ੀਏਟ ਕਰਨ ਵਾਸਤੇ ਇਹਦੀ ਪਹਿਲੇ ਦੀ ਫਾਈਨਲ ਪੋਜੀਸ਼ਨ ਨੂੰ x1 ਤੇ ਦੂਜੇ ਦੀ ਫਾਈਨਲ ਪੋਜੀਸ਼ਨ ਨੂੰ x2 ਲਿਖਿਆ। ਔਰ ਦੋਨਾਂ ਦੇ ਵਿੱਚ ਕਾਮਨ ਕੀ ਹੈ? ਟਾਈਮ ਇੰਟਰਵਲ। both object will moving for the same time interval। ਇਹ ਨਹੀਂ ਇੱਕ 10 ਮਿੰਟ ਲਈ ਚੱਲੇ ਤੇ ਇੱਕ 15 ਮਿੰਟ ਲਈ ਮੈਂ ਫੇਰ ਕੰਪੇਅਰ ਕਰਾਂ, ਫੇਰ ਕੰਪੈਰੀਜ਼ਨ ਨਹੀਂ ਹੈਗਾ। ਇਹਦਾ ਮਤਲਬ 10 ਮਿੰਟ ਬਾਅਦ ਪਹਿਲੀ ਬੋਡੀ ਕਿੱਥੇ ਆ ਤੇ 10 ਮਿੰਟ ਬਾਅਦ ਦੂਜੀ ਬੋਡੀ ਦੀ ਪੋਜੀਸ਼ਨ ਫਾਈਨਲ ਕਿੱਥੇ ਆ, ਹਨਾ? ਉਹਨਾਂ ਦੋਨਾਂ ਦਾ ਆਪਸ ਵਿੱਚ ਜੋ ਗੈਪ ਹੋਏਗਾ ਇਹਨੂੰ ਕਹਿੰਦੇ ਰਿਲੇਟਿਵ ਚੇਂਜ ਇਨ ਪੋਜੀਸ਼ਨ ਆਫ ਸੈਕੰਡ ਆਬਜੈਕਟ ਵਿਦ ਰਿਸਪੈਕਟ ਟੂ ਫਰਸਟ ਆਬਜੈਕਟ। क्या ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, Yes, sir. sir. ਹੁਣ ਸਮਝੀ ਚੱਲਿਓ। ਮੈਂ ਜੇ ਐਸਾ ਚ ਫਾਰਮੂਲਾ ਲਿਖਾਂ, ਆਪਾਂ ਵੈਲੋਸਿਟੀ ਦਾ ਫਾਰਮੂਲਾ ਲਿਖਿਆ ਸੀ ਪਿੱਛੇ x2 x1 ਓਵਰ t2 t1। ਇਹ ਜਨਰਲ ਫਾਰਮੂਲਾ ਸੀਗਾ। ਇਹਦੇ ਤੋਂ ਮੈਂ ਇੱਕ ਫਾਈਨਲ ਪੋਜੀਸ਼ਨ ਨੂੰ ਲਿਖਣ ਲਈ ਇਕੁਏਸ਼ਨ ਬਣਾਈ ਸੀਗੀ। therefore x2 x1 b t2 t1। क्या ਆ ਗੱਲ ਸਮਝ ਲੱਗੀ ਬੱਚੇ? Yes, sir. Yes, sir. Yes. ਹੁਣ ਇਹੀ ਇਕੁਏਸ਼ਨ ਤੁਸੀਂ ਆਬਜੈਕਟ ਲਈ ਵੀ ਲਿਖਣੀ ਆ, ਇਹੀ ਇਕੁਏਸ਼ਨ ਅਸੀਂ ਆਬਜੈਕਟ B ਲਈ ਵੀ ਲਿਖਣ ਲੱਗੇ। ਕਹਿੰਦਾ ਫॉर ਆਬਜੈਕਟ A ਆ ਆਪਣੇ ਆਪ ਦੇ ਵਿੱਚ ਜੋ ਵੀ ਚੇਂਜ ਆ ਇਹ ਸਿਰਫ ਇੰਡੀਪੈਂਡੈਂਟ ਪਹਿਲੇ ਆਬਜੈਕਟ ਦੀ ਆ ਸੈਕਿੰਡ ਦੀ, ਪਰ ਜਦੋਂ ਕੰਪੈਰੀਜ਼ਨ ਕਰਨਾ ਉਹਦੀ ਗੱਲ ਅੱਗੇ ਜਾ ਕੇ ਕਰਾਂਗੇ। ਪਹਿਲਾਂ ਇਕੁਏਸ਼ਨ ਫਸਟ ਆਬਜੈਕਟ ਲਈ ਲਿਖ ਲਓ x1 x01 फाइनल पोजीशन x1 लिखी है पहले ऑब्जेक्ट ली ते इनिशियल पोजीशन x01 है, यानी x2 x1 के नाम पे आ सिंबल आ जाए। पहला ऑब्जेक्ट मेरा ट्रैवल करता है v1 स्पीड ना ते जेड़ा टाइम इंटरवल आ t2 t1 ਦੀ ਥਾਂ ਤੇ ਆਪਾਂ t ਲਿਖਣ ਲੱਗੇ। टाइम इंटरवल ਨੂੰ t सिंबल देता। क्या फर्स्ट पार्टिकल दी इक्वेशन समझ आई? Yes, sir. चलो Yes, sir. ऑब्जेक्ट 2 ਜਿਹੜਾ b ਆਬਜੈਕਟ ਹੈਗਾ ਉਹਦੇ ਲਈ ਲਿਖ ਦਿਓ। ਉਹਦੀ ਇਕੁਏਸ਼ਨ ਆ ਜਾਏਗੀ x2 x02 b2 t। ਆ ਫਸਟ ਪਾਰਟੀਕਲ ਲਈ, ਆ ਸੈਕੰਡ ਪਾਰਟੀਕਲ ਲਈ। ਕਿਆ ਦੋਨਾਂ ਦੀ ਇੰਡੀਵਿਜੂਅਲ ਇਕੁਏਸ਼ਨ ਸਮਝ ਆ ਗਿਆ? Yes, sir. Yes. ਆਪਾਂ ਹੁਣ ਚੈੱਕ ਕੀ ਕਰਨ ਲੱਗੇ t ਸੈਕਿੰਡ ਬਾਅਦ ਦੋਨਾਂ ਆਬਜੈਕਟ ਦੀ ਪੋਜੀਸ਼ਨ 'ਚ ਰਿਲੇਟਿਵ ਚੇਂਜ ਕਿੰਨੀ ਹੈ, ਹਨਾ? ਤੇ ਉਹਦੇ ਲਈ ਕੀ ਕਰੋ? ਕਹਿੰਦਾ ਜੀ subtract 2 from 1 या 1 from 2 ਕਿਸੇ ਨੂੰ ਵੀ ਕਿਸੇ ਚੋਂ ਮਾਈਨਸ ਕਰ ਦਿਓ। ਆਪਾਂ ਕਰਨਾ subtract 1 from 2 ਤੇ therefore ਫਾਈਨਲ ਪੋਜੀਸ਼ਨ ਚੋਂ ਫਾਈਨਲ ਪੋਜੀਸ਼ਨ ਮਾਈਨਸ ਕਰ ਲਓ x2 x1। ਇਨੀਸ਼ੀਅਲ ਪੋਜੀਸ਼ਨ ਜਿਹੜੀ x02 b2 ਪੂਰੀ ਟਰਮ ਇਹਦੇ ਚੋਂ x01 b1 ਮਾਈਨਸ ਕਰ ਲਓ ਤੇ ਆ ਇਨੀਸ਼ੀਅਲ ਪੋਜੀਸ਼ਨ ਚੋਂ ਇਨੀਸ਼ੀਅਲ ਪੋਜੀਸ਼ਨ ਮਾਈਨਸ ਕਰ ਦਿਓ x2 x1 equal to x02 x01 plus b2 b1 into t। क्या आ इक्वेशन समझ लगी? Yes, sir. Yes, sir. Yes, sir. Yes, sir. ये जो मैंने आ दसो x2 x1 की चीज है। So final position है sir. Final My position. position. यानी इतना कह दो फाइनल गैप बिटवीन a एंड b। आ मेरे को इनिशियल गैप बिटवीन a एंड b है ना। ਤੇ ਪਰ ਮੈਨੂੰ ਇਹ ਨਹੀਂ ਕਹਿੰਦਾ ਕਿ ਵੀ ਇਹ ਸਿੰਪਲੀ ਮੈਂ ਕਹਿ ਦਵਾਂ ਕਿ ਵੀ ਵੈਲੋਸਿਟੀ ਦਾ ਗੈਪ ਆ ਗਿਆ। ਆਪਾਂ ਇੱਥੇ ਕੁਝ ਵਰਡ ਯੂਜ਼ ਕਰਦੇ ਹਾਂ। ਉਹ ਕਹਿੰਦਾ ਪੁੱਤ ਇਹਨੂੰ ਸਿੰਪਲੀਫਾਈ ਕਰਨ ਵਾਸਤੇ ਆਪਾਂ ਕੁਝ ਵਰਡ ਇਦਾਂ ਲੈਣ ਲੱਗੇ ਪੁੱਟ x2 x1 equal to x और x ਕਿਹਨੂੰ ਪੜਾ ਰਿਲੇਟਿਵ ਨੂੰ rel ਲਿਖਦੇ ਆ relative change in final position of two। ठीक है, या इधर लिख दो ऑब्जेक्ट B with respect to ऑब्जेक्ट A। क्या आ गल समझ लगी जो लिखी? Yes, sir. ठीक है। सिमिलरली x02 x01 ਉਹਨੂੰ ਆਪਾਂ x0 ਲਿਖ ਦਿੰਦੇ ਹਾਂ। ठीक है, तो x0 कह देते हैं relative change in initial position of object B with respect to A। है के सारे जाने?
Yes, sir. Sir. Yes, sir. ਤੁਸੀਂ v2 v1 ਇਹਨੂੰ ਅਸੀਂ ਸਿੰਬਲ ਦੇਣ ਲੱਗੇ v21 ਫਿਰ v21 ਨੂੰ ਅਸੀਂ ਰੀਡ ਕਰਾਂਗੇ relative velocity of object d 2 ਜਿਹੜਾ b ਵਾਸਤੇ ਸਟੈਂਡ ਕਰਦਾ ਪਿਆ 1 a ਵਾਸਤੇ ਠੀਕ ਹੈ relative velocity of object d with respect to object e ਆ ਤਿੰਨੇ ਆਪਾਂ ਵੈਲਿਊਜ਼ ਜਿਹੜੀਆਂ ਬਣਾਈਆਂ ਇਹਨੂੰ ਸਬਸਟੀਟਿਊਟ ਕਰਕੇ ਤਿੰਨੇ ਵੈਲਿਊਜ਼ ਨੂੰ ਸਬਸਟੀਟਿਊਟ ਕਰਕੇ ਇਸ ਇਕੁਏਸ਼ਨ ਦੇ ਅੰਦਰ ਆਪਣੀ ਇਕੁਏਸ਼ਨ ਲਿਖਦੇ ਆ therefore ਆਪਣੇ ਕੋਲ ਇਕੁਏਸ਼ਨ ਆ ਗਈ x equal to x0 plus v21 into t which implies x minus x0 by t equal to v21 ਹੁਣ ਇਥੋਂ ਆਪਾਂ ਡੈਫੀਨੇਸ਼ਨ ਦੇਣੀ ਹੈ ਰਿਲੇਟਿਵ ਵੈਲੋਸਿਟੀ ਦੀ ਇੱਕ ਵਾਰੀ ਦੁਬਾਰਾ ਇਸ ਟਰਮ ਨੂੰ ਸਮਝ ਲਓ ਇਹ ਚ x ਤੇ x0 ਕੀ ਨੇ So final Relative final और change of final. सर and- हल्का सर लास्ट की 3 लाइंस रह गई थी वो देखनी थी सर जरा ਇਹ लास्ट की 3 लाइंस देख रहा था सर जरा वो ब्लॉक हो गई थी ਲਓ ਭਾਜੀ ਦੇਖੋ थैंक यू सर वेरिएबल डिफाइन ਕੀਤੇ ਆ ਉਹਦੇ ਅਕੋਰਡਿੰਗਲੀ ਪੁੱਤ ਜੇ ਮੈਂ ਪੜਾ ਹਨਾ ਤੇ ਇਹਦੇ ਅੰਦਰ x ਤੇ x0 ਕਿਸੇ ਇੱਕ ਇੰਡੀਵਿਜੂਅਲ ਆਬਜੈਕਟ ਦੀ ਪੋਜੀਸ਼ਨ ਨੂੰ ਨਹੀਂ ਡਿਫਾਈਨ ਕਰਦਾ x ਮੇਰੇ ਕੋਲ ਜਿਹੜਾ ਵਾ ਦੋ ਆਬਜੈਕਟ ਦੀ ਫਾਈਨਲ ਪੋਜੀਸ਼ਨ ਦਾ ਗੈਪ ਆ x0 ਮੇਰੇ ਕੋਲ ਦੋ ਆਬਜੈਕਟ ਦੀ ਇਨੀਸ਼ੀਅਲ ਪੋਜੀਸ਼ਨ ਦਾ ਗੈਪ ਆ ਇਹਦਾ ਮਤਲਬ ਇਹ ਮੇਰੇ ਕੋਲ ਨੈਟ ਗੈਪ ਸ਼ੋ ਕਰੂਗਾ ਦੋ ਆਬਜੈਕਟ ਦਾ Yes, sir. yes sir ਜੇ ਨੈਟ ਪੋਜੀਸ਼ਨ ਦੇ ਗੈਪ ਨੂੰ ਮੈਂ ਟਾਈਮ ਨਾਲ ਡਿਵਾਈਡ ਕਰਾਂ ਨੈਟ ਪੋਜੀਸ਼ਨ ਹੋਵੇ ਹੈ ਤਾਂ ਡਿਸਟੈਂਸ ਹੀ ਆ ਇਸ ਮਤਲਬ ਇਹ ਡਿਸਟੈਂਸ ਓਵਰ ਟਾਈਮ ਜਿਹੜਾ ਵਾ ਇਹ ਵੈਲੋਸਿਟੀ ਬਣ ਗਈ Yes, sir. Yes, Yes, sir. velocity ਕਿੰਨਾ ਬਣ ਕੇ ਆਈ ਹੈ ਨਾ this is not the velocity of first or the second object but this is to be read as the ਕਹਿੰਦਾ ਜੀ comparison of the velocity of a second object with respect to first object ਜਿਹਨੂੰ ਅਸੀਂ ਨਾਮ ਦਿੰਨੇ ਪਏ ਕਿ this one is to be read as the relative velocity of object second with respect to ਕਹਿੰਦਾ ਜੀ object first ਯਾਨੀ ਇਹਦੇ ਅੰਦਰ ਜੇ ਮੈਂ v21 ਨੂੰ ਪੜਨਾ ਤੇ v21 ਸਿੰਬਲ ਹੋਏਗਾ relative velocity of object 2 with respect to object 1 ਇਹ ਇੰਡੀਵਿਜੂਅਲ ਕਿਸੇ ਇੱਕ ਆਬਜੈਕਟ ਦੀ ਵੈਲੋਸਿਟੀ ਦਾ ਰਿਲੇਸ਼ਨ ਨਹੀਂ ਹੈਗਾ ਇਹ ਦੋ ਆਬਜੈਕਟ ਦੀ ਵੈਲੋਸਿਟੀ ਨੂੰ ਜਦੋਂ ਕੰਪੇਅਰ ਕਰਦੇ ਆ ਉਹਦਾ ਰਿਲੇਸ਼ਨ ਮੇਰੇ ਕੋਲ ਬਣ ਗਿਆ ਹੈ क्या इतनी गल समझ आई yes, sir. Yes, sir. Sir. सर नहीं पता लगा एंटल इक्वेशन कितना बनी हाँ बच्चे बोल सर एंटल इक्वेशन का नहीं पता लगा कितना बनी ये क्या ना बच्चे ਜਿਹੜੀ ਆ ਇਕੁਏਸ਼ਨ ਬਣੀ ਆ ਇਹਦੇ ਚ ਕੋਈ ਇੱਕ ਇੰਡੀਵਿਜੂਅਲ ਪਾਰਟੀਕਲ ਲਈ ਇਹ ਇਕੁਏਸ਼ਨ ਨਹੀਂ ਲਿਖੀ ਗਈ ਕਿਉਂਕਿ x ਜਿਹੜਾ ਵਾ ਦੋ ਆਬਜੈਕਟ ਦੀ ਫਾਈਨਲ ਪੋਜੀਸ਼ਨ ਦੇ ਗੈਪ ਨੂੰ ਅਸੀਂ ਨਾਮ ਦਿੱਤਾ x0 ਦੋ ਆਬਜੈਕਟ ਦੀ ਇਨੀਸ਼ੀਅਲ ਪੋਜੀਸ਼ਨ ਦੇ ਗੈਪ ਨੂੰ ਨਾਮ ਦਿੱਤਾ ਤੇ ਜੇ ਦੋਨੇ ਆਬਜੈਕਟ ਦੀ ਪੋਜੀਸ਼ਨ ਦਾ ਇੱਕ ਦੂਜੇ ਦੇ ਰਿਸਪੈਕਟਿਵਲੀ ਗੈਪ ਨੂੰ ਮੈਂ ਟਾਈਮ ਨਾਲ ਡਿਵਾਈਡ ਕਰਾਂ ਤੇ ਇਹ ਐਸ ਸੱਚ ਮੇਰੇ ਕੋਲ ਇੱਕ ਦੂਜੇ ਦੇ ਰਿਸਪੈਕਟਿਵਲੀ ਵੈਲੋਸਿਟੀ ਨੂੰ ਡਿਫਾਈਨ ਕਰੋਗੇ yes हाँ sir जी सर ਜਗਨੂਰ ਗੱਲ ਸਮਝ ਲੱਗੀ हाँ जी सर ਜਿਹੜਾ ਪੁੱਤ ਆ ਟਰਮ ਬਣਦੀ ਪਈ ਨਾ ਇਹ ਚ ਅਸੀਂ ਦੀ ਡੈਫੀਨੇਸ਼ਨ ਰਿਲੇਟਿਵ ਵੈਲੋਸਿਟੀ ਦੀ ਦੇਣੀ ਹੋਵੇ ਉਹ ਕਹਿੰਦਾ ਰਿਲੇਟਿਵ ਵੈਲੋਸਿਟੀ ਨੂੰ ਕੀ ਡਿਫਾਈਨ ਕਰੋਗੇ ਅਸੀਂ ਕਹਿੰਦੇ ਇਟ ਇਜ਼ ਡਿਫਾਈਨਡ ਐਜ਼ ਦਾ time rate of change of position of one object with respect to another object ਉਹ ਕਹਿੰਦਾ ਵੀ ਇਹਦਾ ਕੀ ਮਤਲਬ ਹੈ time rate of change of ਦਾ ਮਤਲਬ ਹੋ ਗਿਆ time ਨਾਲ ਡਿਵਾਈਡ ਕਰਨਾ ਕਿਹਨੂੰ ਕਰਨਾ ਕਹਿੰਦਾ change in position of one object with respect to other object ਮਤਲਬ ਮੇਰੀ ਫਾਈਨਲ ਪੋਜੀਸ਼ਨ ਨੂੰ ਮੇਰੀ ਇਨੀਸ਼ੀਅਲ ਪੋਜੀਸ਼ਨ ਦੇ ਨਾਲ ਨਹੀਂ ਡਿਫਰੈਂਸ ਲੈਣਾ ਮੇਰੀ ਫਾਈਨਲ ਪੋਜੀਸ਼ਨ ਦਾ ਦੂਜੇ ਆਬਜੈਕਟ ਦੀ ਫਾਈਨਲ ਪੋਜੀਸ਼ਨ ਨਾਲ ਕੰਪੈਰੀਜ਼ਨ ਕੀਤਾ ਜਾਏਗਾ ਠੀਕ ਹੈ ਮੇਰੀ ਇਨੀਸ਼ੀਅਲ ਪੋਜੀਸ਼ਨ ਦਾ ਦੂਜੇ ਆਬਜੈਕਟ ਦੀ ਇਨੀਸ਼ੀਅਲ ਪੋਜੀਸ਼ਨ ਨਾਲ ਕੰਪੈਰੀਜ਼ਨ ਹੋਏਗਾ ਠੀਕ ਹੈ ਜੇ ਉਸ ਡਿਸਟੈਂਸ ਨੂੰ ਜਿਹੜਾ ਡਿਫਰੈਂਸ ਬਣ ਕੇ ਆਇਆ ਉਹਨੂੰ ਮੈਂ ਟਾਈਮ ਨਾਲ ਡਿਵਾਈਡ ਕਰਾਂ ਤੇ ਮੇਰੀ ਵੈਲੋਸਿਟੀ ਤੇ ਆਈ ਆ ਪਰ ਨਾ ਤਾਂ ਫਰਸਟ ਆਬਜੈਕਟ ਦੀ ਨਾ ਸੈਕੰਡ ਦੀ ਕਿਉਂਕਿ ਇਹਦੇ ਵਿੱਚ ਰਿਲੇਟਿਵ ਚੇਂਜ ਇਨ ਪੋਜੀਸ਼ਨ ਆ ਤੇ ਉਹ ਕਹਿੰਦਾ ਫਿਰ ਇਹ ਵੈਲੋਸਿਟੀ ਦੀ ਰਿਲੇਟਿਵ ਵੈਲੋਸਿਟੀ ਡਿਫਾਈਨ ਹੋਏਗੀ ਕੀ ਗੱਲ ਸਮਝ ਲੱਗੀ Yes, sir. हाँ जी सर ਚਲੋ ਹੁਣ ਇਸੇ ਹੀ ਆਪਾਂ ਫਾਰਮੂਲੇ ਦੇ ਬੇਸ ਦੇ ਉੱਤੇ ਤਿੰਨ ਗ੍ਰਾਫ ਕਰਨ ਲੱਗੇ ਆ ਮੇਰਾ ਠੀਕ ਹੈ ਕਈ ਵਾਰੀ ਪੇਪਰ 'ਚ ਗ੍ਰਾਫ ਪੁੱਛਿਆ ਹੋਇਆ ਆਲਰੇਡੀ ਅੱਗੇ ਠੀਕ ਹੈ ਸਮਝਿਓ ਹੁਣ ਜੇ ਆਪਾਂ ਐਸ ਐਚ ਇਹਦੀ ਸਿਚੁਏਸ਼ਨ ਬਣਾ ਕੇ ਗ੍ਰਾਫ ਲੈ ਕੇ ਚੱਲਾਂਗੇ
ठीक है पहले एक बार ये करता क्लियर। हाँ जी अपन फॉर्मूले की लोड होएगी ठीक है बाकी अपने को ऐसा चलावांगे। चलो अब हम ये गल करके अरे बेटा पिछले सर v21 क्या है? रिलेटिव वेलोसिटी ना? सिंबल लेता बच्चे ਆਪਾਂ ਦੋ ਆਬਜੈਕਟ ਦੀ ਵੈਲੋਸਿਟੀ ਦਾ ਕਾਮਨ ਸਿੰਬਲ v12 v21 ਇਹਦਾ ਕਰਕੇ ਦਵਾਂਗੇ। ओके सर इंडिविजुअल v2 लिख लिया कॉमन कंबाइंड सिंबल v21 v12 vab vba ਇਦਾਂ ਦੇ ਸਿੰਬਲ ਹੋਣਗੇ। ਜਿਹਦੀ ਗੱਲ ਕਰਨ ਲੱਗਿਆ ਠੀਕ ਹੈ ਟੌਪਿਕ ਹੈਗਾ ਇਹਦਾ ਵਿੱਚ ਹੀ xt ਗ੍ਰਾਫ ਯਾਨੀ ਪੋਜੀਸ਼ਨ ਟਾਈਮ ਗ੍ਰਾਫ। ਸਰ ਜੈਸਾ 10th ਦੇ ਵਿੱਚ ਉਹ ਰਿਲੇਟਿਵ ਇੰਡੈਕਸ ਸੀਗਾ ਉਹ ਵੀ ਆ ਸੇਮ ਕਨਸੈਪਟ ਹੀ ਸੀਗਾ ਸਰ ਸਾਨੂੰ ਉਹ ਲਾਈਟ ਦੇ ਚੈਪਟਰ ਚ ਸੀਗਾ ਨਾ ਰਿਲੇਟਿਵ ਇੰਡੈਕਸ ਉਹਦੇ ਵਿੱਚ ਵੀ ਇਦਾਂ ਹੀ ਸੀਗਾ v21 ਉਹ ਸੇਮ ਹੀ ਚੀਜ਼ ਆ बकरा पोजीशन टाइम ग्राफ ਆਪਾਂ ਹੁਣ ਪਹਿਲਾਂ ਸਮਝ ਲਿਓ ਫਿਰ ਬਾਅਦ ਚ ਚਿਤਨੇ ਕੁਝ ਨਹੀਂ ਜੋ ਕਹਿ पोजीशन टाइम ग्राफ और रिलेटिव वेलोसिटी ਆਪਾਂ ਇੰਨੀ ਗੱਲ ਕਰੀਏ ਆਪਣੇ ਕੋਲ ਇੱਕ ਫਾਰਮੂਲਾ ਆਇਆ ਰਿਲੇਟਿਵ ਵੈਲੋਸਿਟੀ ਦਾ x x0/t ਉਹ ਕਹਿੰਦਾ ਵੀ ਤੁਸੀਂ ਐਸਾ ਹੁਣ ਗ੍ਰਾਫ ਪਲਾਟ ਕਰਨੇ ਆ ਉਹ ਚ ਪਹਿਲੀ ਕੰਡੀਸ਼ਨ ਇਹ ਲੈ ਰਹੇ ਗੱਲ ਸਮਝਿਓ ਧਿਆਨ ਨਾਲ ਮੰਨ ਲਓ ਦੋ ਸਕੂਟਰ ਆ ਇੱਕ ਮੇਰੇ ਘਰੋਂ ਚੱਲਣ ਲੱਗਿਆ ਇੱਕ ਮੇਰੇ ਘਰ ਤੋਂ 20 ਮੀਟਰ ਜਾਂ 100 ਮੀਟਰ ਅੱਗੇ ਕਿਤੇ ਖੜਾ ਵਾ ਹੁਣ ਜੇ ਸ਼ੁਰੂ ਚ ਇਹਨਾਂ ਦਾ ਗੈਪ ਜਿਹੜਾ 100 ਮੀਟਰ ਆ ਠੀਕ ਹੈ ਤੇ ਲੈਟ ਵੀ ਸੇ 10 ਮਿੰਟ ਵਾਸਤੇ ਦੋਨੋਂ ਸਕੂਟਰ ਚੱਲੇ ਵਿਦ ਦ ਸੇਮ ਸਪੀਡ ਠੀਕ ਆ 10 ਮਿੰਟ ਬਾਅਦ ਉਹਨਾਂ ਦਾ ਗੈਪ ਕਿੰਨਾ ਹੋਏਗਾ ਵੱਧ ਜਾਏਗਾ ਕਿ ਨਾਲੋਂ ਘਟ ਜਾਏਗਾ ਕਿ ਉਨਾ ਹੀ ਰਹੇਗਾ सर सेम रहेगा नहीं रहेगा ਰਹੇਗਾ ਹਨਾ 20 ਮਿੰਟ ਬਾਅਦ ਵੀ ਉਨਾ ਹੀ ਆ 30 ਮਿੰਟ ਬਾਅਦ ਵੀ ਉਨਾ ਹੀ ਆ ਇਸੇ ਚੀਜ਼ ਨੂੰ ਆਪਾਂ ਪਹਿਲਾ ਪਾਰਟ ਇਹ ਬਣਾ ਕੇ ਲੈਣ ਲੱਗੇ if two objects ਤੁਸੀਂ ਗ੍ਰਾਫ ਪਲਾਟ ਕਰਨੇ ਆ ਤਿੰਨ ਸਿਚੁਏਸ਼ਨ ਦੇ ਅੰਦਰ ਉਹਨਾਂ ਚੋਂ ਫਰਸਟ ਹੈਗੀ if two objects are traveling with the same velocity यानी ਜਿਹੜੇ ਦੋਨੋਂ ਦੇ ਦੋਨੋਂ ਆਬਜੈਕਟ ਆ ਜੇ ਉਹ ਸੇਮ ਵੈਲੋਸਿਟੀ ਨਾਲ ਮੂਵ ਕਰਦੇ ਪਏ ਤੇ ਕੀ ਹੋਏਗਾ ਆਪਾਂ ਇਹਦੇ ਡਿਫਾਈਨ ਕਰੀਏ ਤੇ ਆਪਾਂ v21 ਜਿਹੜਾ ਵਾ ਉਹ v2 v1 ਨੂੰ ਪੜਿਆ ਸੀ ਤੇ ਆਪਾਂ ਇੱਥੇ ਕੇਸ ਇਹ ਬਣਾਇਆ ਵਾ that is v1 equal to v2 ਤੇ ਜੇ ਉਹ ਤੇ v2 ਤੇ v1 ਯਾਨੀ ਦੋਨੋਂ ਆਬਜੈਕਟ ਜਿਹੜੇ ਨੇ ਉਹ ਸੇਮ ਵੈਲੋਸਿਟੀ ਨਾਲ ਚੱਲਦੇ ਆ ਤੇ ਆਪਣੇ ਕੋਲ v21 ਜਿਹੜਾ ਰਿਲੇਟਿਵ ਵੈਲੋਸਿਟੀ ਆ ਰਿਲੇਟਿਵ ਵੈਲੋਸਿਟੀ 0 ਆਜੂ यस सर ਹੁਣ Yes, sir. ਇੱਥੇ ਪੁੱਟ ਕਰ ਲਵਾਂ ਤੇ therefore ਮੇਰੇ ਕੋਲ ਆ ਗਿਆ 0 equal to x minus x0/t which implies x minus x0 equal to 0 which implies x equal to x0 ਸਮਝੋ ਇਸ ਚੀਜ਼ ਨੂੰ x0 ਕਿਹਦਾ ਸਿੰਬਲ ਆ सर गैप बिटवीन इनिशियल पोजीशन ਗੈਪ ਬਿਟਵੀਨ ਇਨੀਸ਼ੀਅਲ ਪੋਜੀਸ਼ਨ ਹੈ ਨਾ ਤੇ ਜੇ ਆ ਮੇਰੇ ਕੋਲ ਗੈਪ ਬਿਟਵੀਨ ਇਨੀਸ਼ੀਅਲ ਪੋਜੀਸ਼ਨ ਆ ਠੀਕ ਹੈ ਤੇ x ਮੇਰਾ ਦੋ ਪਾਰਟੀਕਲ ਦਾ ਫਾਈਨਲ ਗੈਪ ਆ ਅਸੀਂ ਪਿਛਲੇ ਟੌਪਿਕ ਚ ਹੁਣੀ ਪੜਿਆ ਬੇਟਾ ਯੂਨੀਫਾਰਮ ਮੋਸ਼ਨ ਹੋਵੇ ਤੇ ਆਪਾਂ ਪੋਜੀਸ਼ਨ ਟਾਈਮ ਗ੍ਰਾਫ ਬਣਾਉਣਾ ਹੋਵੇ ਕਿਦਾਂ ਦਾ ਗ੍ਰਾਫ ਬਣਦਾ ਸਰ ਸਟ੍ਰੇਟ ਲਾਈਨ स्ट्रेट लाइन स्ट्रेट लाइन सर ਸਟ੍ਰੇਟ ਲਾਈਨ ਤੇ ਆਪਣੇ ਕੋਲ ਐਸ ਸੱਚ ਵੀ ਹੋ ਸਕਦੀ ਆ ਇਦਾਂ ਵੀ ਹੋ ਸਕਦੀ ਆਪਣੀ ਜਿਹੜੀ parallel to the x-axis. पैरेलल टू x axis पैरेलल एक्सिस ਚਲੋ ਮੈਂ ਬੋਲ ਰਿਹਾ ਸਟ੍ਰੇਟ ਲਾਈਨ ਇਨਕਲਾਈਨਡ ਟੂ ਟਾਈਮ ਐਕਸਿਸ ਹਨਾ ਜਿਹੜੀ ਮੇਰੇ ਕੋਲ ਟਾਈਮ ਐਕਸਿਸ ਨਾਲ ਇਨਕਲਾਈਨਡ ਆਏਗੀ ਉਹ ਸਟ੍ਰੇਟ ਲਾਈਨ ਮੇਰਾ ਪੋਜੀਸ਼ਨ ਟਾਈਮ ਗ੍ਰਾਫ ਸੀ ਬੇਟਾ ਤੇ ਪੁੱਤ ਜਿਹੜਾ ਗ੍ਰਾਫ ਮੈਂ ਹੁਣ ਇੱਥੇ ਦੋ ਆਬਜੈਕਟ ਆ ਜਿਹੜਾ ਇੱਕ ਆਬਜੈਕਟ A ਆ ਉਹ ਮੈਂ ਮੰਨ ਲਿਆ ਮੇਰੇ ਘਰ ਖੜਾ origin ਉਹਦਾ ਉਹ origin ਤੇ ਖੜਾ ਤੇ ਜਿਹੜਾ B ਆਬਜੈਕਟ ਆ ਉਹ ਮੇਰੇ ਘਰ ਤੋਂ 20 ਮੀਟਰ ਦੂਰ ਖੜਾ ਇਹਦਾ ਮਤਲਬ 0 ਸੈਕਿੰਡ ਤੇ ਫਸਟ ਆਬਜੈਕਟ ਆ origin ਤੇ ਆ ਆਬਜੈਕਟ A ਇਸ origin ਤੇ ਆ ਤੇ ਸੈਕਿੰਡ ਆਬਜੈਕਟ ਜਿਹੜਾ ਵਾ ਉਹ ਐਸ ਸੱਚ ਇਸ ਜਗ੍ਹਾ ਤੇ ਖੜਾ ਵਾ ਕਿਆ ਇਹ ਗੱਲ ਕਲੀਅਰ ਆ यस सर Yes, sir. ਆਬਜੈਕਟ ਦੇ ਵਿੱਚ ਇਨੀਸ਼ੀਅਲ ਗੈਪ ਆ ਜਿਹਨੂੰ ਆਪਾਂ x0 ਲਿਖਦੇ ਨੇ ਤੇ ਜਦੋਂ ਹੁਣ ਅਸੀਂ ਇਹ ਤੋਂ ਪੋਜੀਸ਼ਨ ਟਾਈਮ ਗ੍ਰਾਫ ਫਸਟ ਆਬਜੈਕਟ ਦਾ ਬਣਾਈਏ ਇਹਦਾ ਗ੍ਰਾਫ ਆ ਸਟ੍ਰੇਟ ਲਾਈਨ ਬਣੂਗਾ यस सर ਹੁਣ ਜਿਹੜਾ ਸੈਕਿੰਡ ਆਬਜੈਕਟ ਆ ਗ੍ਰਾਫ ਉਹਦਾ ਵੀ ਸਟ੍ਰੇਟ ਲਾਈਨ ਹੈ ਕਿਉਂਕਿ ਉਹ ਵੀ ਕਾਂਸਟੈਂਟ ਵੈਲੋਸਿਟੀ ਨਾਲ ਚੱਲ ਰਿਹਾ
ਪਰ ਜਿੰਨਾ ਇਹਦਾ ਗ੍ਰਾਫ ਦੇ ਅੰਦਰ ਸ਼ੁਰੂ ਚ ਇੱਥੇ ਗੈਪ ਹੋਏਗਾ ਕੰਟੀਨਿਊਸਲੀ ਆ ਗੈਪ ਜਿਹੜਾ ਹੋਏਗਾ that remain constant Yes, sir. ਇਹ ਹਰ ਇਨਸਟੈਂਟ ਤੇ ਜਿਹੜਾ ਗ੍ਰਾਫ ਦੇ ਵਿੱਚ ਗੈਪ ਹੋਏਗਾ ਉਹ ਖੁਦ ਕਾਂਸਟੈਂਟ ਰਹੂਗਾ ਗੈਪ ਇਨਕਰੀਜ਼ ਔਰ ਡਿਕਰੀਜ਼ ਤਾਂ ਨਹੀਂ ਹੋਏਗਾ सर एक बार दोबारा बता दो ग्राफ। ਜੇ ਮੈਂ ਇਹ ਕਿਹਾ ਕਿ ਵੀ ਦੋ ਆਬਜੈਕਟ ਕਾਂਸਟੈਂਟ ਵੈਲੋਸਿਟੀ ਤੇ ਚੱਲਣੇ ਆ ਹੈਨਾ ਤੇ ਸ਼ੁਰੂ ਚ ਉਹਨਾਂ ਚ ਕੁਝ ਗੈਪ ਹੈਗਾ ਵਾ ਤੇ 10 ਮਿੰਟ ਬਾਅਦ 20 ਮਿੰਟ ਬਾਅਦ 30 ਮਿੰਟ ਬਾਅਦ ਕੀ ਉਹਨਾਂ ਦਾ ਗੈਪ ਵੱਧ ਜਾਊਗਾ ਘਟ ਜਾਊਗਾ ਕਿ ਉਨਾ ਹੀ ਰਹੂਗਾ ਨਹੀਂ ਰਹੂਗਾ Same sir। रहेगा। ਸੇਮ ਰਹੇਗਾ ਇਹਦਾ ਮਤਲਬ ਜਿਹੜਾ ਪੋਜੀਸ਼ਨ ਟਾਈਮ ਗ੍ਰਾਫ ਆਬਜੈਕਟ A ਵਾਸਤੇ ਡਰਾ ਕਰਾਂਗੇ ਤੇ ਜਿਹੜਾ ਪੋਜੀਸ਼ਨ ਟਾਈਮ ਗ੍ਰਾਫ B ਆਬਜੈਕਟ ਦਾ ਡਰਾ ਕਰਾਂਗੇ ਜੋ ਇਹਨਾਂ ਚ ਸ਼ੁਰੂ ਚ ਗੈਪ ਹੋਏਗਾ ਹੈਨਾ ਇਹਦਾ ਮਤਲਬ ਇਹ ਦੋਨੋਂ ਜਿਹੜੇ ਨੇ ਇਹ ਪੈਰਲਲ ਲਾਈਨਾਂ ਬਣ ਕੇ ਆ ਜਾਣਗੀਆਂ Yes sir। Yes, sir. ਮਾਨੇ ਕਲੀਅਰ ਹੈ ਜੋ ਪੁੱਛਿਆ ਸੀ Yes sir। Done. ਹੁਣ ਇਸੇ ਵੇ ਨਾ ਉਹਨੇ ਸੈਕਿੰਡ ਕੇਸ ਇਹ ਬਣਾ ਲਿਆ ਠੀਕ ਹੈ ਜੀ ਇਹ ਫਰਸਟ ਆ ਗਿਆ when two objects are traveling with the same velocity second case कहना जी if object B आप ऐसे सीधे लिख रहे हो if V1 greater than V2 if V1 greater than V2 ਤੇ ਜੇ V1 greater than V2 ਹੋ ਗਿਆ ਤੇ therefore V21 ਦੀ ਵੈਲਿਊ ਜਿਹੜੀ ਕਿ V2 V1 ਆ ਇਹ ਨੈਗੇਟਿਵ ਆਏਗੀ ਬੇਟਾ Yes, sir. therefore ਆਪਣੇ ਕੋਲ ਜਿਹੜਾ x x0 t ਆ ਜੇ ਇਹਦੀ ਵੈਲਿਊ 네ਗੇਟਿਵ ਆਂਦੀ ਪਈ ਆ ਹੈਨਾ ਕਿਉਂਕਿ v21 ਨੂੰ ਆਪਾਂ x x0 t ਲਿਖਿਆ ਸੀ ਤੇ ਜੇ v21 ਦੀ ਵੈਲਿਊ 네ਗੇਟਿਵ ਆਈ ਆ ਤੇ ਇਹਦਾ ਮਤਲਬ x x0 ਦੀ ਵੈਲਿਊ 네ਗੇਟਿਵ ਹੋਏਗੀ Yes, sir. ਓਏ ਬੱਚੇ ਆ ਗੱਲ ਸਾਰਿਆਂ ਨੂੰ ਸਮਝ ਲੱਗਦੀ ਕੀ ਆ Sir, ये last line समझ नहीं आई। ਉਹ ਤਾਂ ਆਪਾਂ ਇਹ ਕਿਹਾ ਵਾ ਕਿ ਜੇ v1 ਇਸ ਮੂਵਮੈਂਟ ਦੇ v2 ਤੋਂ ਗ੍ਰੇਟਰ ਹੋਵੇ ਤੇ v2 v1 ਦੀ ਵੈਲਿਊ ਪਲੱਸ ਬਣੂਗੀ ਮਾਈਨਸ ਬਣੂਗੀ Sir, minus. Minus. ਅੱਗਿਓਂ v21 ਦੀ ਵੈਲਿਊ x x0 t ਦੇ ਬਰਾਬਰ ਇਹਦਾ ਮਤਲਬ ਸਾਰੇ ਦੇ ਸਾਰੀ ਰੇਸ਼ੋ 네ਗੇਟਿਵ ਆਈ ਆ ਉਹ ਕਹਿੰਦਾ ਵੀ ਇਸ ਰੇਸ਼ੋ ਚ ਇਹਨੂੰ 네ਗੇਟਿਵ ਕਿਹਨੇ ਬਣਾਇਆ ਹੋਏਗਾ ਟਾਈਮ ਤਾਂ 네ਗੇਟਿਵ ਬਣਾਊਗਾ ਨਹੀਂ ਇਹਦਾ ਮਤਲਬ x x0 ਦੀ ਵੈਲਿਊ ਦਾ ਰਿਜ਼ਲਟ 네ਗੇਟਿਵ ਹੋਊਗਾ Yes, Yes sir. sir। Yes, sir. ਜੇ 네ਗੇਟਿਵ ਆਂਦੀ ਪਈ ਆ ਲਾਸਟ ਵਰਡ ਸਮਝਣ ਵਾਲਾ ਵਾ। ਜੇ ਇਹ ਟਰਮ 네ਗੇਟਿਵ ਆਈ ਆ ਇਹ ਮਤਲਬ x ਦੀ ਵੈਲਿਊ x0 ਤੋਂ ਛੋਟੀ ਹੋਏਗੀ Yes, sir. Yes, sir. Yes sir। therefore ਇਥੋਂ ਆਪਾਂ ਲਿਖੀਏ x should be lesser than x0 x0 ਕੀ ਸੀਗਾ ਮੇਰਾ Sir, distance Sir. in initial. initial gap between the two object और x ਕੀ ਸੀਗਾ ਮੇਰਾ x की चीज है आवाज आ रही है Yes sir। हाँ जी सर। तब आ रही है। ओके ਉਹ ਤੇ x0 ਦੋ ਪਾਰਟੀਕਲ ਦਾ ਇਨੀਸ਼ੀਅਲ ਗੈਪ ਆ x ਉਹਨਾਂ ਵਿਚਲਾ ਫਾਈਨਲ ਆ ਤੇ ਜੇ ਮੰਨ ਲਓ ਜਿਹੜੀ ਮੇਰੇ ਘਰੋਂ ਸਕੂਟਰ ਚੱਲਣਾ ਵਾ ਹਨਾ ਇਹ A ਆਬਜੈਕਟ ਆ ਜਿਹੜਾ ਅੱਗੇ ਕਿਤੇ ਖੜਾ ਉਹ B ਆਬਜੈਕਟ ਆ ਤੇ ਜੇ ਇਥੋਂ ਵਾਲਾ ਆਬਜੈਕਟ 100 ਦੀ ਸਪੀਡ ਤੇ ਚੱਲਦਾ ਹੋਵੇ ਕਿਉਂਕਿ V1 ਗ੍ਰੇਟਰ ਗਿਆ ਸੀ ਤੇ ਜਿਹੜਾ ਅੱਗੇ ਖੜਾ ਉਹ 60 ਦੀ ਸਪੀਡ ਤੇ ਚੱਲਦਾ ਹੋਵੇ ਤੇ ਜਿਹੜਾ ਪਿੱਛੋਂ ਚੱਲਣ ਵਾਲਾ ਸਕੂਟਰ ਆ ਉਹ ਅਗਲੇ ਵਾਲੇ ਸਕੂਟਰ ਨੂੰ ਓਵਰਟੇਕ ਕਰੇਗਾ Yes sir। Yes, sir. ਜੇ ਸ਼ੁਰੂ ਦੇ ਵਿੱਚ ਇਹਨਾਂ ਦਾ ਗੈਪ 20 ਮੀਟਰ ਸੀਗਾ ਹੌਲੀ ਹੌਲੀ ਟਾਈਮ ਦੇ ਨਾਲ ਉਹ ਗੈਪ ਡਿਕਰੀਜ਼ ਕਰੇਗਾ ਇੱਕ ਪੁਆਇੰਟ ਤੇ ਜਾ ਕੇ ਇਹ ਐਸਐਚ ਦੋਨੋਂ ਆਬਜੈਕਟ ਜਿਹੜੇ ਕੋ ਮੀਟ ਆਊਟ ਕਰਨਗੇ ਉਸ ਤੋਂ ਬਾਅਦ ਇਹ ਆਬਜੈਕਟ ਅੱਗੇ ਕਹਿੰਦਾ ਜੀ ਵਧਣਾ ਸ਼ੁਰੂ ਹੋ ਜਾਣਾ ਯਾਨੀ ਗੈਪ ਦੁਬਾਰਾ ਫਿਰ ਇਨਕਰੀਜ਼ ਕਰਨਾ ਸ਼ੁਰੂ ਹੋ Yes sir। ਤੁਹਾਡੇ ਦਿਮਾਗ ਦੇ ਵਿੱਚ ਇੱਕ ਗ੍ਰਾਫ Yes, sir. ਆ ਗ੍ਰਾਫ ਬਣਾ ਰਿਹਾ ਜੋ ਜੇ ਆਪਾਂ ਇਸ ਕੇਸ ਦੇ ਅੰਦਰ ਗ੍ਰਾਫ ਪਲਾਟ ਕਰੀਏ ਟਾਈਮ ਵਰਸਸ ਪੋਜੀਸ਼ਨ ਲੈ ਕੇ ਹਨਾ ਤੇ ਜਿਹੜਾ ਆਬਜੈਕਟ ਮੇਰਾ ਐਸਐਚ ਇਥੋਂ ਚੱਲਿਆ ਜਿਹੜਾ ਆਬਜੈਕਟ ਮੇਰਾ origin ਤੋਂ ਚੱਲਿਆ ਹਨਾ ਇਹਦਾ ਗ੍ਰਾਫ ਤੇ ਆ ਸਟ੍ਰੇਟ ਲਾਈਨ ਆਣੀ ਹੈ ਨਾ ਹੁਣ ਜਿਹੜਾ ਆਬਜੈਕਟ B ਸੀਗਾ ਆ ਪੋਜੀਸ਼ਨ ਇਥੋਂ ਚੱਲਿਆ ਸ਼ੁਰੂ ਦੇ ਵਿੱਚ ਇਹਨਾਂ ਦਾ ਗੈਪ ਜਿਹੜਾ ਵਾ ਇਹਨੂੰ ਅਸੀਂ x0 ਲਿਖਿਆ ਤੇ ਹੁਣ ਐਸਐਚ ਕੀ ਹੋਏਗਾ ਜੇ ਆਬਜੈਕਟ A ਹਾਈ ਸਪੀਡ ਤੇ ਚੱਲਦਾ ਪਿਆ ਤੇ ਇਹਦਾ ਮਤਲਬ ਆ ਜਿੰਨਾ ਸ਼ੁਰੂ ਜਿੰਨਾ ਦਾ ਗੈਪ ਆ ਉਹ ਹੌਲੀ ਹੌਲੀ ਗੈਪ ਡਿਕਰੀਜ਼ ਹੁੰਦਾ ਜਾਏਗਾ Yes, sir. Yes sir। ਮਤਲਬ ਜੇ ਮੈਂ ਸੈਕਿੰਡ ਆਬਜੈਕਟ ਲਈ ਕਰਵ ਪਲਾਟ ਕਰਾਂ
ਤੇ ਸੈਕਿੰਡ ਆਬਜੈਕਟ ਦੀ ਕਰਵ ਕੁਝ ਇਸ ਵੇ ਨਾ ਆਏਗੀ, ਯਾਨੀ ਇੱਕ ਪੁਆਇੰਟ ਆਫ ਇੰਟਰਸੈਕਸ਼ਨ ਆਏਗਾ ਜਿਹਨੂੰ ਅਸੀਂ ਕਹਿੰਦੇ ਪੁਆਇੰਟ ਆਫ ਮੀਟਿੰਗ ਹੋਏਗਾ। ਆਪਾਂ ਇਹ ਨਹੀਂ ਕਹਿੰਦੇ ਸਕੂਟਰ ਟਕਰਾ ਗਏ, ਇਹਦਾ ਮਤਲਬ ਹੈ ਕਿ ਇਹ ਉਹ ਟਾਈਮ ਹੋਏਗਾ, ਠੀਕ ਹੈ, ਆ ਉਹ ਟਾਈਮ ਹੋਏਗਾ ਜਦੋਂ ਦੋਨੋਂ ਸਕੂਟਰ ਜਿਹੜੇ ਨੇ ਉਹ ਕਿਸੇ ਇੱਕ ਪੋਜੀਸ਼ਨ ਦੇ ਉੱਤੇ ਮੀਟ ਆਊਟ ਕਰੂਗੇ। Yes, sir. Yes, sir. ਗੱਲ ਸਮਝ ਲੱਗਦੀ ਵੀ ਸਾਰਿਆਂ ਨੂੰ? Yes, sir. Yes, sir. Yes, sir. Yes, Yes, sir. sir. ਕੇਸ ਹੋ ਗਿਆ ਬੇਟਾ। ਥਰਡ ਕੇਸ ਇਹਦਾ ਪੁੱਠਾ ਕਰ ਦਿਓ ਕਿ ਜੇ B ਆਬਜੈਕਟ ਫਾਸਟ ਚੱਲਦਾ ਹੋਵੇ, A ਆਬਜੈਕਟ ਸਲੋ ਆ, ਜਿਹੜਾ ਮੇਰੇ ਕੋਲ ਘਰ ਤੋਂ 20 ਮੀਟਰ ਅੱਗੇ ਖੜਾ ਵਾ, ਉਹਦੀ ਸਪੀਡ 100, ਮੇਰੀ ਸਪੀਡ 60, ਤੇ ਹੁਣ ਟਾਈਮ ਦੇ ਨਾਲ ਨਾਲ ਉਹ ਗੈਪ ਅੱਗੇ ਤੋਂ ਕੀ ਹੁੰਦਾ ਜਾਊ? Increase. बढ़ेगा सर टाइम के साथ। ਇਹਦਾ ਮਤਲਬ ਜੇ ਆਪਾਂ ਥਰਡ ਕੇਸ ਲੈ ਕੇ ਚੱਲੀਏ, ਜੇ ਆਪਾਂ ਥਰਡ ਤੇ ਲਾਸਟ ਕੇਸ ਇਹਦਾ ਲਈਏ, ਤੇ ਪੁੱਤ ਥਰਡ ਤੇ ਲਾਸਟ ਕੇਸ ਇਹ ਹੋਏਗਾ, ਇਹ ਥਰਡ ਕੇਸ ਇਹ ਬਣਾ ਦਿਓ, if V2 greater than V1, ਜੇ V2 V1 ਤੋਂ greater ਹੋ ਗਿਆ ਤੇ ਇਸ ਕੇਸ ਦੇ ਅੰਦਰ V2 1 की वैल्यू which is given by V2 minus V1 ये पॉजिटिव आएगी। Yes, sir. Yes, sir. और अपने को रिजल्ट आ गया x minus x naught की वैल्यू पॉजिटिव, which mean x should be greater than x naught आजू। Yes, sir. ਇਹਦਾ ਮਤਲਬ Yes, sir. ਗੈਪ ਜਿਹੜਾ ਦੋ ਆਬਜੈਕਟ ਆ ਉਹ ਇਨੀਸ਼ੀਅਲ ਗੈਪ ਤੋਂ ਵੱਧ ਗਿਆ। ਇਹਨਾਂ ਜੇ ਆਪਾਂ ਗ੍ਰਾਫ ਪਲਾਟ ਕਰੀਏ, ਜੇ ਆਪਾਂ ਗ੍ਰਾਫ ਪਲਾਟ ਕਰੀਏ ਟਾਈਮ ਵਰਸਸ ਪੋਜੀਸ਼ਨ ਦਾ, ਠੀਕ ਹੈ, ओरिजिन ਦੇ ਇੱਕ ਆਬਜੈਕਟ ਆ ਤੇ ਆ B ਪੁਆਇੰਟ ਤੇ ਸੈਕਿੰਡ ਆਬਜੈਕਟ ਆ, ਸ਼ੁਰੂ ਚ ਇਹਨਾਂ ਦਾ ਗੈਪ ਆਪਾਂ ਮੰਨਿਆ x0 ਆ, ਸ਼ੁਰੂ ਚ ਇਹਨਾਂ ਦਾ ਗੈਪ x0 ਆ। ਆਬਜੈਕਟ A ਆਪਣੀ ਯੂਨੀਫਾਰਮ ਮੋਸ਼ਨ ਇਸ ਵੇ ਨਾਲ ਬਣਾਉਂਦਾ ਪਿਆ, B ਆਬਜੈਕਟ ਕੰਟੀਨਿਊਸਲੀ, ਠੀਕ ਹੈ, ਉਹਦੀ ਜਿਹੜਾ ਗੈਪ ਹੋਏਗਾ ਫਰਸਟ ਆਬਜੈਕਟ ਨਾਲੋਂ ਉਹ ਇਨਕਰੀਜ਼ ਕਰਦਾ ਜਾਊਗਾ। Yes. Yes, sir. ਜਦੋਂ ਜੇ ਸੈਕਿੰਡ ਦਾ ਗ੍ਰਾਫ ਪਲਾਟ ਕਰਾਂ ਉਹਦੀ ਕਰਵ ਕੁਝ ਇਸ ਵੇ ਨਾਲ ਆ ਜਾਏਗੀ ਬੇਟਾ, ਜਿੰਨਾ ਸ਼ੁਰੂ ਚ ਗਿਆ ਹੋਇਆ ਉਹਦੇ ਨਾਲੋਂ ਟਾਈਮ ਦੇ ਨਾਲ ਨਾਲ ਉਹਨਾਂ ਦਾ ਗੈਪ ਜਿਹੜਾ ਹੋਏਗਾ that will going on increasing। क्या आ चीज क्लियर है? Yes, sir. Yes, sir. ਆਪਾਂ ਤਿੰਨ ਕੇਸ ਕੀਤੇ, ਮੈਂ ਜਲਦੀ ਜਲਦੀ ਕਨਕਲੂਡ ਕਰ ਰਿਹਾ ਗੱਲ ਨੂੰ। ਆਪਾਂ ਤਿੰਨ ਕੇਸ ਕੀਤੇ ਜਾਂ ਇਦਾਂ ਪਹਿਲਾਂ ਲੈ ਲੈਨੇ, ਆਪਣਾ ਰਿਲੇਟਿਵ ਵੈਲੋਸਿਟੀ ਦੇ ਅੰਦਰ ਪਹਿਲਾ ਪਾਰਟ ਅਸੀਂ ਲਿੱਤਾ ਐਕਸਪ੍ਰੈਸ਼ਨ ਫॉर ਰਿਲੇਟਿਵ ਵੈਲੋਸਿਟੀ, ਉਸ ਤੋਂ ਬਾਅਦ ਉਹਦੇ ਚ ਸੈਕਿੰਡ ਪਾਰਟ ਆ ਬੇਟਾ ਪੋਜੀਸ਼ਨ ਟਾਈਮ ਗ੍ਰਾਫ ਫॉर ਰਿਲੇਟਿਵ ਵੈਲੋਸਿਟੀ, ਤੇ ਪੋਜੀਸ਼ਨ ਟਾਈਮ ਗ੍ਰਾਫ ਦੇ ਵਿੱਚ ਤਿੰਨ ਕੇਸਿਸ ਆ, when two objects are traveling with the same velocity, second ਹੈਗਾ ਕਹਿੰਦਾ ਜੀ if object A traveling with a higher velocity than B, और थर्ड हैगा if B object traveling with a higher velocity than E। ਤੇ ਤਿੰਨਾਂ ਕੇਸਿਸ ਦੇ ਅੰਦਰ ਪੋਜੀਸ਼ਨ ਟਾਈਮ ਗ੍ਰਾਫ ਕਿਦਾਂ ਪਲਾਟ ਹੋਣੇ ਆ, ਕਿਆ ਇਹ ਕਲੀਅਰ ਆ? Yes, sir. Yes, sir. Yes, sir. ਚਲੋ Yes, sir. ਇਸੇ ਟੌਪਿਕ ਨੂੰ ਕੱਲ ਕੰਟੀਨਿਊ ਕਰਾਂਗੇ ਹਜੇ, ਡਿਟਰਮੀਨੇਸ਼ਨ ਆਫ ਰਿਲੇਟਿਵ ਵੈਲੋਸਿਟੀ, ਔਰ ਉਹ ਪਾਰਟ ਨੂਮੈਰੀਕਲ ਚ ਯੂਜ਼ ਹੋਣ ਵਾਲਾ ਹੋਏਗਾ। ਆ ਜਿੰਨਾ ਕੀਤਾ ਇਹ ਉਹਦਾ ਥਿਓਰੈਟੀਕਲ ਪਾਰਟਸ ਨੇ, ਕੱਲ ਟੌਪਿਕ ਜਿਹੜਾ ਹੋਏਗਾ ਉਹਦਾ ਮੈਥਮੈਟਿਕਲੀ ਨੂਮੈਰੀਕਲ ਚ ਉਹਨੂੰ ਕਿੱਦਾਂ ਯੂਜ਼ ਕਰਨਾ ਉਹ ਪਾਰਟ ਹੋਏਗਾ ਬੇਟਾ। Okay, sir.